ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘਲ ਡਾਕਟਰ ਸ਼ਿੰਦਰ ਪੁਰੇਵਾਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7:30 ਹੋਏ ਨੇ ਤੇ 30 ਦਸੰਬਰ ਹੈ ਵਰਾ 2021 ਦਾ ਵੀਰਵਾਰ ਹੈ। 16 ਪੋ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਮਾਫੀ ਚਾਹੁੰਦਾ ਜੀ, ਕੁਝ ਦੇਰੀ ਹੋ ਗਈ, ਸੜਕਾਂ ਤੇ ਟ੍ਰੈਫਿਕ ਬਹੁਤ ਹੈ, ਐਕਸੀਡੈਂਟ ਬਹੁਤ ਸੀ, ਸਮਾਂ ਲੱਗ ਗਿਆ ਥੋੜਾ ਜਿਹਾ। 604 204 0600 ਤੇ 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਸਰ ਨਵਕਿਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਤੇ ਬਰਫ਼ ਗੋਡੇ ਗੋਡੇ ਪਈ ਆ, ਅਗਲੇ ਸਾਲ ਠੰਡ 'ਚ ਤੁਹਾਨੂੰ ਦਿਖਾਵਾਂਗੇ ਕਿਵੇਂ ਬਰਫ਼ ਹੋਈਦਾ। ਤੇ ਨਾਲ ਹੀ ਇਹ ਦੱਸਿਓ ਕਿ ਕੇਜਰੀਵਾਲ ਉਹਨਾਂ ਦੀ ਕੀ ਖਬਰ ਹੈ? ਚੰਡੀਗੜ੍ਹ ਰੁਕੇ ਹੋਏ ਨੇ ਕਿ ਮਾਲਵੇ 'ਚ ਨੇ? ਜੀ ਗਿੱਲ ਸਾਹਿਬ, ਅਰਵਿੰਦ ਕੇਜਰੀਵਾਲ ਹੋਰੀ ਆਏ ਜ਼ਰੂਰ ਅੱਜ ਚੰਡੀਗੜ੍ਹ ਸੀ, ਲੇਕਿਨ ਉੱਥੋਂ ਫਿਰ ਨਾਲ ਹੀ ਮੋਹਾਲੀ ਪੈਂਦਾ, ਮੋਹਾਲੀ ਆ ਵੜੇ। ਤੋ ਚੰਡੀਗੜ੍ਹ ਤੇ ਮੋਹਾਲੀ ਤਾਂ ਹੁਣ ਨਾਲ ਰਲੇ ਹੀ ਪਏ ਨੇ। ਆਮ ਆਦਮੀ ਪਾਰਟੀ ਵਾਲਿਆਂ ਨੇ ਸੁਖਣਾ ਜਿਹੜਾ ਮੋਹਾਲੀ ਤੋਂ ਉਮੀਦਵਾਰ ਲਾਏ ਵੀ ਉਹਨੇ ਹੀ ਨੇ। ਤੋ ਚੰਗੀ ਖਾਤਰਦਾਰੀ ਵੀ ਕੀਤੀ ਹੋ ਗਿੱਲ ਸਾਹਿਬ। ਅਸਲ ਦੇ ਵਿੱਚ ਇਹ ਉਹੀ ਬੰਦਾ ਹੈ ਜਿਹਨੇ ਮੋਹਾਲੀ ਤੋਂ ਚੰਡੀਗੜ੍ਹ ਤੱਕ ਉਹ ਸਾਰੇ ਪਲਾਟ ਕੱਟੇ ਨੇ ਔਰ ਕਲੋਨੀਆਂ ਵਸਾਈਆਂ ਨੇ। ਚਰਨਜੀਤ ਚੰਨੀ ਹੋਰੀ ਵੀ ਉਹਨਾਂ ਸਮਿਆਂ ਦੇ ਵਿੱਚ ਖਾਸੀ ਮਲਾਈ ਛਕ ਗਏ। ਖੈਰ, ਜੇ ਆਪਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਉਹਨਾਂ ਨੇ ਭਲਵਾਨੀ ਗੇੜਾ ਦਿੱਤਾ ਜੀ। ਦਰਅਸਲ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਜਿਹੜੀਆਂ ਉੱਥੋਂ ਦੀਆਂ ਮਿਊਨਿਸਪੈਲਿਟੀ ਦੀਆਂ ਚੋਣਾਂ ਨੇ, ਨਗਰ ਨਿਗਮ ਦੀਆਂ, ਉਹ ਆਮ ਆਦਮੀ ਪਾਰਟੀ ਨੇ ਲੜੀਆਂ ਔਰ 35 ਸੀਟਾਂ ਤੇ ਚੋਣ ਲੜਨ ਤੋਂ ਬਾਅਦ 14 ਸੀਟਾਂ ਉਹਨਾਂ ਨੇ ਜਿੱਤੀਆਂ ਨੇ। ਸਭ ਤੋਂ ਵੱਧ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ, ਪਰ ਬਹੁਮਤ ਉਹਨਾਂ ਨੂੰ ਮਿਲਿਆ ਨਹੀਂ ਹੈ। ਔਰ ਬਹੁਮਤ ਦੇ ਲਈ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਦੂਜੇ ਨੰਬਰ ਦੇ ਉੱਤੇ ਜਿਹਨੇ ਸੀਟਾਂ ਜਿੱਤੀਆਂ, ਉਹਨਾਂ ਨੇ 12 ਜਿੱਤੀਆਂ ਨੇ। ਆਮ ਆਦਮੀ ਪਾਰਟੀ ਨੇ 14 ਜਿੱਤੀਆਂ। ਇੱਕ ਵੋਟ ਉੱਥੇ ਜਿਹੜੇ ਉੱਥੋਂ ਦੇ MP ਹੁੰਦੇ ਨੇ ਉਹਨਾਂ ਦੀ ਹੁੰਦੀ ਆ, ਜਿਹਦੇ ਉਹ BJP ਨਾਲ ਸੰਬੰਧਿਤ ਨੇ। ਭਾਜਪਾ ਦੀਆਂ ਯਾਨੀ ਕਿ 13 ਵੋਟਾਂ ਬਣਦੀਆਂ, ਆਮ ਆਦਮੀ ਪਾਰਟੀ ਦੀਆਂ 14 ਬਣਦੀਆਂ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿ ਰਹੇ ਸੀਗੇ ਕਿ ਭਾਜਪਾ ਉਹਨਾਂ ਦੇ ਮਿਊਨਿਸਪਲ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਖਰੀਦਣ ਦਾ ਯਤਨ ਕਰ ਰਹੀ ਹੈ। 50 ਲੱਖ ਤੋਂ 75 ਲੱਖ ਤੱਕ ਉਹ ਕਹਿੰਦੇ ਦੇਣ ਦੀਆਂ ਆਫਰਾਂ ਚੱਲ ਰਹੀਆਂ ਨੇ। ਤਾਂ ਇਸ ਤੋਂ ਬਾਅਦ ਅੱਜ ਕੇਜਰੀਵਾਲ ਹੋਰਾਂ ਨੇ ਜਿਹੜਾ ਉੱਥੇ ਦੌਰਾ ਕੀਤਾ, ਜਿਹੜਾ ਉਹਨਾਂ ਨੇ ਗਿੱਲ ਸਾਹਿਬ ਵਿਜੇ ਯਾਤਰਾ ਦੀ ਅਗਵਾਈ ਕੀਤੀ, ਉਹ ਦਰਅਸਲ CUI ਹੈ ਕਿ ਇੱਕ ਤਾਂ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਉੱਥੇ ਜਿਹੜੀ ਜਿੱਤ ਮਿਲੀ ਆ ਉਹਨੂੰ ਪੂਰੀ ਤਰੀਕੇ ਨਾਲ ਸੈਲੀਬ੍ਰੇਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਆਮ ਆਦਮੀ ਪਾਰਟੀ ਜਿੱਤ ਵਾਲੇ ਪਾਸੇ ਨੂੰ ਵੱਧ ਰਹੀ ਆ। ਚੰਡੀਗੜ੍ਹ ਦੇ ਵਿੱਚ ਜੇ ਸਹਿਯੋਗ ਮਿਲਿਆ ਤਾਂ ਪੰਜਾਬ 'ਚ ਵੀ ਮਿਲੇ। ਇੱਕ ਤਾਂ ਇਹ ਪਰਪਸ ਸੀ। ਸੈਕੰਡ ਪਰਪਸ ਜਿਹੜਾ ਸੀਗਾ ਉਹ ਇਹ ਸੀਗਾ ਕਿ ਉੱਥੋਂ ਦੇ ਹੁਣ ਜਿਹੜੇ ਇਹ 14 ਕਾਉਂਸਲਰ ਨੇ ਉਹਨਾਂ ਨੂੰ ਖਿਡਾਉਣਾ, ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਭਾਈ ਤੁਸੀਂ ਇਕਜੁੱਟ ਰਹੋ। ਕਿਉਂਕਿ BJP ਦੇ ਬਾਰੇ ਗੱਲ ਚੱਲਦੀ ਹੈ ਨਾ ਕਿ BJP ਕਿਸੇ ਨੂੰ ਡਰਾਉਂਦੀ ਆ, ਕਿਸੇ ਨੂੰ ਧਮਕਾਉਂਦੀ ਆ। ਜਿਹੜਾ ਡਰੇ ਨਾ, ਜਿਹੜਾ ਧਮਕੇ ਨਾ, ਤੇ ਉਸ ਨੂੰ ਉਸ ਤੋਂ ਬਾਅਦ ਉਹ ਆਫਰ ਦਿੰਦੀ ਆ, ਲਾਲਚ ਦਿੰਦੀ ਆ। ਤੇ ਜਿਹੜਾ ਲਾਲਚ ਦੇ ਵਿੱਚ ਵੀ ਨਾ ਆਵੇ ਉਹ ਮਮਤਾ ਬੈਨਰਜੀ ਬਣ ਜਾਂਦਾ। ਸੋ ਇਸ ਕਰਕੇ ਇਹ ਜਿਹੜੀ ਗੱਲ ਚੰਡੀਗੜ੍ਹ ਦੇ ਵਿੱਚ ਚੱਲੀ, ਉਹ ਤੋਂ ਬਾਅਦ ਕੇਜਰੀਵਾਲ ਹੋਰਾਂ ਨੇ ਤਾਂ ਉੱਥੇ ਸਹੁੰ ਹੀ ਚੁਕਾਤੀ ਜੀ ਇਹਨਾਂ ਨੂੰ, ਕਾਉਂਸਲਰਾਂ ਨੂੰ ਔਰ ਉਹਨਾਂ ਦੇ ਸਮਰਥਕਾਂ ਨੂੰ, ਵੀ ਆਪਾਂ ਇਕੱਠੇ ਰਹਿਣਾ। ਇਹ ਸਹੁੰ ਜਿਹੜੀ ਉਹਨਾਂ ਨੂੰ ਚੁਕਾਈ ਗਈ ਹੈ। ਔਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਿਹਾ ਗਾ ਕਿ ਅਸੀਂ ਚੰਡੀਗੜ੍ਹ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਾਂਗੇ। ਚੰਡੀਗੜ੍ਹ ਤੋਂ ਬਾਅਦ ਉਹ ਪਹੁੰਚੇ ਜੀ ਮੋਹਾਲੀ ਦੇ ਵਿੱਚ ਧਰਨਾ ਚੱਲ ਰਿਹਾ ਗਾ ਟਰਾਂਸਪੋਰਟਰਾਂ ਦਾ। ਟਰੱਕ ਯੂਨੀਅਨਾਂ ਆਪਣੇ ਬੜੀਆਂ ਸਟਰੋਂਗ ਹੁੰਦੀਆਂ ਸੀ, ਕਈ ਪੰਜਾਬੀ ਗੀਤਾਂ 'ਚ ਵੀ ਟਰੱਕ ਯੂਨੀਅਨਾਂ ਦਾ ਜ਼ਿਕਰ ਹੈ। ਔਰ ਟਰੱਕ ਯੂਨੀਅਨਾਂ ਦੇ ਵਿੱਚੋਂ ਜਿੱਤ ਕੇ ਕਈ MLA ਤੱਕ ਬਣੇ। ਟਰੱਕ ਯੂਨੀਅਨਾਂ 'ਚੋਂ ਸਰਕਾਰਾਂ ਮੋਟੀ ਕਮਾਈ ਵੀ ਖਾਂਦੀਆਂ ਰਹੀਆਂ ਨੇ। ਔਰ ਟਰੱਕ ਯੂਨੀਅਨਾਂ ਦੇ ਸਹਾਰੇ ਦੇ ਉੱਤੇ ਕਈ ਲੋਕ ਨੇ ਜਿਹੜੇ ਉਹਨਾਂ ਦੀ ਰੋਜੀ ਰੋਟੀ ਵੀ ਚੱਲਦੀ ਰਹੀ ਹੈ। ਇੱਕ ਦੋ ਟਰੱਕ ਪਾ ਕੇ ਉਹਨਾਂ ਦੇ ਘਰ ਵੀ ਚੱਲਦੇ ਰਹੇ ਨੇ। ਪਹਿਲਾਂ ਇਸ ਕਿੱਤੇ ਦੇ ਵਿੱਚ ਚੰਗੀ ਕਮਾਈ ਵੀ ਹੁੰਦੀ ਸੀ, ਹੁਣ ਤਾਂ ਇਹ ਕਿੱਤਾ ਆਪਣੇ ਭਾਰਤ ਦੇ ਵਿੱਚ ਬਹੁਤ ਡਾਊਨਫਾਲ ਦੇ ਵਿੱਚ ਆ। ਜਦੋਂ ਦੀਆਂ ਟਰੱਕ ਯੂਨੀਅਨਾਂ ਤੋੜੀਆਂ ਨੇ, ਉਦੋਂ ਦੇ ਜਿਹੜੇ ਛੋਟੇ ਮੋਟੇ ਟਰੱਕਾਂ ਦੇ ਕਾਰੋਬਾਰ ਕਰਨ ਵਾਲੇ ਲੋਕ ਸੀ, ਉਹਨਾਂ ਦਾ ਰੁਜ਼ਗਾਰ ਤਾਂ ਬਿਲਕੁਲ ਬੰਦ ਹੋਣ ਦੇ ਕਿਨਾਰੇ ਦੇ ਉੱਤੇ ਆ। ਔਰ ਉਹਨਾਂ ਦਾ ਧਰਨਾ ਚੱਲ ਰਿਹਾ। ਉਹਨਾਂ ਦੇ ਧਰਨੇ ਦੇ ਵਿੱਚ ਪਹੁੰਚੇ ਉੱਥੇ ਕੇਜਰੀਵਾਲ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੀ ਸਾਡੀ ਸਰਕਾਰ ਬਣ ਗਈ ਤਾਂ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਉਹ ਮੰਨਾਂਗੇ ਔਰ ਤੁਹਾਡੇ ਮਸਲੇ ਹੱਲ ਕਰਾਂਗੇ। ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਚੋਣਾਂ ਦੀ ਪੂਰੀ ਤਿਆਰੀ ਵਿੱਢਤੀ ਜੀ। ਕੱਲ੍ਹ ਨੂੰ ਪਟਿਆਲੇ 'ਚ ਗੇੜਾ ਦੇਣਗੇ ਇਹ, ਮਾਲਵੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਪ੍ਰਚਾਰ ਕਰਨਗੇ। ਸਾਬਕਾ ਮੁੱਖ ਮੰਤਰੀ ਦਾ ਸ਼ਹਿਰ ਆ ਪਟਿਆਲਾ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸ਼ਹਿਰ ਵੀ ਆ।
ਤੋ ਪਟਿਆਲਾ ਅੱਜ ਵੀ ਉਨਾ ਹੀ ਚਰਚਾ ਦਾ ਵਿਸ਼ਾ ਜਿੰਨਾ ਪਹਿਲਾਂ ਸੀ, ਭਾਵੇਂ ਕੁਛ ਪਟਿਆਲੇ ਦੀ ਜਿਹੜੀ ਚਰਚਾ ਉਹ ਪਹਿਲਾਂ ਦੇ ਮੁਕਾਬਲੇ ਥੋੜੀ ਜਿਹੀ ਘਟੀ ਆ। ਖੈਰ ਕੱਲ ਨੂੰ ਉੱਥੇ ਸ਼ਾਂਤੀ ਮਾਰਚ ਕਰਨਗੇ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ 'ਚ ਸ਼ਾਂਤੀ ਮਾਰਚ ਦੀ ਲੋੜ ਹੀ ਨਹੀਂ, ਪੰਜਾਬ 'ਚ ਤਾਂ ਵੈਸੇ ਹੀ ਸ਼ਾਂਤੀ ਆ। ਉਹਨਾਂ ਨੇ 8 ਉਮੀਦਵਾਰਾਂ ਦਾ ਐਲਾਨ ਵੀ ਕਰਤਾ ਗਿੱਲ ਸਾਹਿਬ, ਔਰ ਜਿਹੜੇ 8 ਉਮੀਦਵਾਰ ਐਲਾਨੇ ਨੇ ਇਹ 8 ਦੀ ਬਿਆਨਤਬੰਦੀ ਜਿਹੜੀ ਇਸ ਹਿਸਾਬ ਨਾਲ ਕੀਤੀ ਗਈ ਆ ਕਿ ਸੀਟਾਂ ਜਿਹੜੀਆਂ ਨੇ ਉਹ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇ। ਔਰ ਇਹਨਾਂ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ, ਅੰਮ੍ਰਿਤਸਰ ਸਾਹਿਬ ਪੱਛਮੀ ਤੋਂ ਡਾਕਟਰ ਜਸਵੀਰ ਸਿੰਘ ਨੂੰ, ਅੰਮ੍ਰਿਤਸਰ ਸਾਹਿਬ ਪੂਰਬੀ ਤੋਂ ਜੀਵਨਜੋਤ ਕੌਰ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ, ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ, ਗਿੱਦੜਬਾਹਾ ਤੋਂ ਪ੍ਰੀਤਪਾਲ ਸ਼ਰਮਾ, ਮੌੜ ਤੋਂ ਸੁਖਵੀਰ ਮਾਈਸਰਖਾਨਾ, ਮਲੇਰਕੋਟਲਾ ਤੋਂ ਡਾਕਟਰ ਮੁਹੰਮਦ ਜਾਮਿਲ ਉਰ ਰਹਿਮਾਨ, ਇਹਨਾਂ ਨੂੰ ਉਮੀਦਵਾਰ ਆ ਜਿਹੜਾ ਉਹ ਐਲਾਨਿਆ ਗਿਆ ਗਾ। 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਅੱਜ ਐਲਾਨੇ ਨੇ। ਸੋ ਜਿਹੜੇ ਹਿਸਾਬ ਨਾਲ ਉਮੀਦਵਾਰ ਐਲਾਨ ਰਹੇ ਨੇ ਉਹਦੇ ਤੋਂ ਕਿਸਾਨਾਂ ਵਾਲੀ ਗੱਲ ਤਾਂ ਜੀ ਸਾਫ਼ ਹੀ ਲੱਗਦੀ ਹੈ ਵੀ ਕਿਸਾਨਾਂ ਨੂੰ ਤਾਂ ਇਹ ਟਿਕਟਾਂ ਕੀ ਜਿਹੜੀਆਂ ਉਹ ਨਹੀਂ ਦੇਣਗੇ। ਕਿਸਾਨਾਂ ਨਾਲ ਇਹਨਾਂ ਦਾ ਗੱਠਜੋੜ ਲੱਗਦਾ ਗਾ ਕਿ ਉਹ ਨਹੀਂ ਨੇਪਰੇ ਚੜੂਗਾ ਜੀ। ਅੱਛਾ, ਰਾਣੇ ਸੋਢੀ ਨੂੰ ਜ਼ੈਡ ਸਿਕਿਉਰਿਟੀ ਦੇਤੀ ਆਪਣੇ ਸੈਂਟਰ ਨੇ, ਕੀ ਹੋ ਗਿਆ? ਜੀ ਗਿੱਲ ਸਾਹਿਬ ਪਿਛਲੇ ਦਿਨਾਂ 'ਚ ਸ਼ਾਮਲ ਹੋਇਆ ਨਾ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਦੋਸਤੀ ਸੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨੇੜੇ ਨਹੀਂ ਲਾਇਆ। ਉਦੋਂ ਬਾਅਦ ਕਾਂਗਰਸ ਦੇ ਵਿੱਚ ਇਹਦੀ ਪੋਜੀਸ਼ਨ ਬਹੁਤ ਡਾਊਨ 'ਚ ਗਈ ਤਾਂ ਭਾਜਪਾ ਸ਼ਾਮਲ ਹੋਇਆ, ਹੁਣ ਜ਼ੈਡ ਸਿਕਿਉਰਿਟੀ ਦੇਤੀ। ਆਪਣੇ ਪੰਜਾਬ ਦੇ ਵਿੱਚ ਗਿੱਲ ਸਾਹਿਬ ਇਹੀ ਪੈਮਾਨਾ ਮੰਨਿਆ ਜਾਂਦਾ ਹੈ ਜਿਹਦੇ ਨਾਲ ਗਨਮੈਨ ਵੱਧ ਉਹ ਵੱਡਾ ਲੀਡਰ, ਬਸ ਇਹੀ ਗੱਲ ਜਿਹੜੀ ਇੱਕੋ ਇੱਕ ਹੈ। ਇਹ ਗਨਮੈਨ ਲੈਣ ਨੂੰ ਕਈ ਤੁਰੇ ਫਿਰਦੇ ਰਹਿੰਦੇ ਨੇ, ਕਈ ਆਪਦੇ ਤੇ ਹਮਲੇ ਵੀ ਕਰਾਉਂਦੇ ਨੇ, ਕਈਆਂ ਦੇ ਹੋਰ ਵੀ ਪਾਜ ਉਧੜੇ ਨੇ ਇਹਨਾਂ ਮਸਲਿਆਂ ਦੇ ਵਿੱਚ। ਸੋ ਇਸੇ ਨੂੰ ਵੀ ਵੱਡਾ ਲੀਡਰ ਮੰਨਿਆ ਜਾਂਦਾ ਵੀ ਜਿਹਦੇ ਕੋਲੇ ਗਨਮੈਨ ਵੱਧ ਨੇ। ਔਰ ਰਾਣਾ ਸੋਢੀ ਭਾਜਪਾ 'ਚ ਸ਼ਾਮਲ ਹੋਇਆ, ਹੁਣ ਹੋਰ ਤਾਂ ਉਹਨੂੰ ਕੁਛ ਦੇ ਨਹੀਂ ਸਕਦੇ, ਸਰਕਾਰ ਉਹਨਾਂ ਦੀ ਵੀ ਮੰਤਰੀ ਬਣਾ ਦੇਣਾ, ਔਰ ਹੋਰ ਉਹਨੂੰ ਕੁਛ ਬਣਾ ਨਹੀਂ ਸਕਦੇ ਸੀ ਤਾਂ ਉਹਨੇ ਮੰਗਿਆ ਹੋਊ ਮੈਨੂੰ ਸਿਕਿਉਰਿਟੀ ਵੱਧ ਦਿਓ, ਜ਼ੈਡ ਸਿਕਿਉਰਿਟੀ ਦੇਤੀ। ਔਰ ਇਹਦੇ ਨਾਲ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਚੜ੍ਹਾਈ ਵੱਧ ਹੋਊ ਜੇ ਭਾਜਪਾ ਚ ਆਉਂਗੇ। ਆਹ ਦੇਖੋ ਇਹਨੂੰ ਜ਼ੈਡ ਸਿਕਿਉਰਿਟੀ ਦੇਤੀ, ਆ ਵੋਟਾਂ ਤੋਂ ਬਾਅਦ ਚਾਹੇ ਦੀ 4 ਗਨਮੈਨ ਨਾਲ ਰਹਿਣ ਔਰ ਬਾਕੀ ਵਾਪਸ ਲੈ ਲੈਣ, ਇਹ ਵੀ ਹੋ ਸਕਦਾ, ਇਹ ਨੌਬਤਾਂ ਵੀ ਆ ਸਕਦੀਆਂ ਨੇ, ਕਿਉਂਕਿ ਜੇ ਸਿਕਿਉਰਿਟੀ ਤਾਂ ਇਹਨਾਂ ਤੋਂ ਆਪਦੇ ਬੰਦਿਆਂ ਨੂੰ ਨਹੀਂ ਦਿੱਤੀ ਗਈ। ਜਿਹੜੇ ਜਿੱਤੇ ਹੋਏ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਤੇ ਸੀ ਲੋਕ, ਉਹਨਾਂ ਦੇ ਪਜਾਮੇ ਪਾੜੀ ਗਏ ਨੇ ਪਿਛਲੇ ਦਿਨਾਂ ਦੇ ਵਿੱਚ। ਸੋ ਹੁਣ ਜਿਹੜੀ ਜ਼ੈਡ ਸਿਕਿਉਰਿਟੀ ਇਹ ਰਾਣਾ ਸੋਢੀ ਹੋਰਾਂ ਨੂੰ ਦਿੱਤੀ ਹੈ, ਇਹਨਾਂ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹਨੂੰ ਗਿੱਲ ਸਾਹਿਬ ਹੈ ਤਾਂ ਦੇਖੋ ਇਹ ਖਜ਼ਾਨੇ ਤੇ ਬੋਝ ਨਹੀਂ ਮਿਲਣੀ ਚਾਹੀਦੀ ਸੀ। ਰਾਣਾ ਸੋਢੀ ਜਾਣ ਨੂੰ ਕੋਈ ਖਤਰਾ ਨਹੀਂ ਹੈ, ਪੰਜਾਬ 'ਚ ਸ਼ਾਂਤੀ ਦਾ ਮਾਹੌਲ ਹੈ। ਬਾਕੀ ਰਾਣਾ ਸੋਢੀ ਕੋਈ ਐਡਾ ਵੱਡਾ ਲੀਡਰ ਨਹੀਂ ਹੈ ਕਿ ਉਹਨੂੰ ਐਡੀ ਵੱਡੀ ਸਿਕਿਉਰਿਟੀ ਦਿੱਤੀ ਜਾਵੇ। ਸੋ ਇਹ ਸਿਕਿਉਰਿਟੀ ਦੇ ਕੇ ਜਿੱਥੇ ਖਜ਼ਾਨੇ ਤੇ ਬੋਝ ਪਾਇਆ ਉੱਥੇ ਹੀ ਇਹਨੂੰ ਜਿਹੜਾ ਅਸਰ ਰਸੂਖ ਦੇ ਤੌਰ ਤੇ ਵਰਤਿਆ ਜਾਂਦਾ ਹੈ। ਗੁਰੂ ਹਰਸਹਾਏ ਇਲਾਕੇ ਦੇ ਵਿੱਚ ਇਹਦੀ ਕਾਫੀ ਚੌਧਰ ਸਥਾਪਤਾ ਰਾਣਾ ਸੋਢੀ ਦੀ, ਔਰ ਉਹਨੂੰ ਹੋਰ ਪੱਕਾ ਕਰਨ ਲਈ ਹੀ ਸਿਕਿਉਰਿਟੀ ਆ ਜਿਹੜੀ ਵਧਾਈ ਗਈ ਹੈ। ਬਸ ਇਹ ਤਾਂ ਗਿੱਲ ਸਾਹਿਬ ਇਹੀ ਹੈਗਾ ਵੀ ਇਹ ਭਾਈ ਵੱਡਾ ਲੀਡਰ ਆ ਸਾਡਾ। ਹੁਣ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਇਹ ਤੋਂ ਵੱਧ ਗਨਮੈਨ ਮਿਲੇ ਹੋਏ ਨੇ, ਤੋਂ ਵੱਡੀ ਸਿਕਿਉਰਿਟੀ ਮਿਲੀ ਹੋਈ ਆ। ਸੋ ਇਹ 2 ਸੰਕੇਤ ਜਿਹੜੇ ਇਹਨਾਂ ਨੇ ਪਿਛਲੇ ਦਿਨਾਂ 'ਚ ਦਿੱਤੇ, ਇੱਕ ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੇ ਮਸਲੇ 'ਚ ਕਿ ਭਾਈ ਜਿਹੜਾ ਸਾਡੇ ਨਾਲ ਨਹੀਂ ਆਊਗਾ ਉਹਦੇ ਨਾਲ ਆ ਕਰਾਂਗੇ। ਹੁਣ ਇੱਕ ਰਾਣਾ ਸੋਢੀ ਵਾਲੇ ਮਸਲੇ 'ਚ ਜਿਹੜਾ ਸਾਡੇ ਨਾਲ ਆਊਗਾ ਉਹਨੂੰ ਐ ਸਿਕਿਉਰਿਟੀ ਵੱਧ ਦੇਵਾਂਗੇ। ਇਹ ਤਾਂ ਆਫਰਾਂ ਚੱਲ ਰਹੀਆਂ ਜੀ ਅੱਜ ਕੱਲ੍ਹ ਠੰਡ 'ਚ ਸਿਆਲਾਂ 'ਚ ਗਿੱਲ ਸਾਹਿਬ ਜੀ। ਅੱਛਾ, ਕਾਂਗਰਸ ਵਾਲੇ ਹੁਣ ਮੁੱਖ ਮੰਤਰੀ ਕਿਹਨੂੰ ਬਣਾਉਣਗੇ? ਸਿੱਧੂ ਅਲੱਗ ਥਾਪੀਆਂ ਮਾਰਦਾ, ਜਾਖੜ ਕਹਿੰਦਾ ਹਲੇ ਅਸੀਂ ਕਹਿਣਾ ਹੀ ਕੁਛ ਨਹੀਂ ਵੀ ਕਿਹਨੇ ਬਣਨਾ। ਰੇੜਕਾ ਕੀ ਪਾਈ ਬੈਠੇ ਆ ਹੁਣ? ਇਹਨਾਂ ਦੀ ਬਾਹਲੀ ਵਿਗੜਨੀ ਆ ਮੈਨੂੰ ਲੱਗਦਾ। ਐਂ ਲੱਗਦਾ ਗਾ ਜੀ ਕਾਂਗਰਸ ਦੀ ਸਥਿਤੀ ਜਿਹੜੀ ਹੈ ਉਹ ਮੁੱਖ ਮੰਤਰੀ ਨੂੰ ਲੈ ਕੇ ਵੀ ਪੇਚੀਦਾ ਬਣੀ ਹੋਈ ਹੈ। ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਮੰਨ ਰਿਹਾ ਗਾ। ਉਹ ਸੈਂਟਰ ਦੇ ਉੱਤੇ ਬਾਰ-ਬਾਰ ਦਬਾਅ ਪਾ ਰਿਹਾ, ਉਹਦੇ ਵੱਲੋਂ ਬਾਰ-ਬਾਰ ਬਿਆਨ ਆ ਰਿਹਾ ਮੈਂ ਕੋਈ ਸ਼ੋਅ ਕੇਸ 'ਚ ਰੱਖਣ ਵਾਲਾ ਕੋਈ ਸ਼ੋਅ ਪੀਸ ਨਹੀਂ ਹੈਗਾ। ਮੈਨੂੰ ਕੋਈ ਤੁਸੀਂ ਐਂ ਨਾ ਸਮਝੋ ਕਿ ਮੈਨੂੰ ਮਤਲਬ ਤੁਸੀਂ ਦਿਖਾ ਕੇ ਵੋਟਾਂ ਲੈ ਕੇ ਉਦੋਂ ਬਾਅਦ ਪਰੇ ਧਰ ਦਿਓਗੇ। ਉਹ ਕਹਿੰਦਾ ਛੇਤੀ ਦੇ ਕੇ ਐਲਾਨੋ। ਉਹ ਨਾਲ ਇਹ ਵੀ ਲਈ ਫਿਰਦਾ ਵੀ ਪੰਜਾਬ ਏਜੰਡਾ ਮੇਰਾ, ਮੈਂ ਮੁੱਦਿਆਂ ਦੀ ਗੱਲ ਕਰੂੰਗਾ ਔਰ ਏਜੰਡੇ ਦੇ ਉੱਤੇ ਗੱਲ ਕਰੂੰ। ਕਿਸੇ ਹੋਰ ਕੋਲੇ ਰੋਡ ਮੈਪ ਨਹੀਂ ਹੈ, ਮੇਰੇ ਕੋਲ ਰੋਡ ਮੈਪ ਹੈ, ਇਸ ਲਈ ਮੈਨੂੰ ਉਮੀਦਵਾਰ ਆ ਗਿਆ ਜਿਹੜਾ ਮੁੱਖ ਮੰਤਰੀ ਦਾ ਉਹ ਬਣਾਓ। ਉਧਰੋਂ ਚਰਨਜੀਤ ਚੰਨੀ ਹੁਣ ਬਾਰ-ਬਾਰ ਕਹਿਣ ਲੱਗ ਗਿਆ, ਉਹਨੇ ਫੇਰ ਅੱਜ ਕਿਹਾ, ਉਹ ਕਹਿੰਦਾ ਵੀ ਮੇਰੇ ਤੇ ਜੇ ਵਿਸ਼ਵਾਸ ਕਰੋਗੇ ਤਾਂ ਮੈਂ ਦੁਬਾਰੇ ਮੁੱਖ ਮੰਤਰੀ ਬਣਨ ਨੂੰ ਤਿਆਰ ਹਾਂ, ਮੈਨੂੰ ਜੇ ਲੋਕ ਕਹਿਣਗੇ ਤਾਂ ਮੈਂ ਬਣ ਜਾਊਂਗਾ। ਉਹਨੂੰ ਜਦੋਂ ਪੁੱਛਿਆ ਵੀ ਸਰਕਾਰ ਤੁਹਾਡੀ ਹੈ ਜਿਹੜੀ
ਕਾਂਗਰਸ ਦੀ ਉਹਨੂੰ ਹਾਈ ਕਮਾਂਡ ਚਲਾ ਰਹੀ ਆ। ਹਾਈ ਕਮਾਂਡ ਚਾਹੂ, ਉਹ ਕਹਿੰਦਾ ਜੇ ਲੋਕ ਚਾਹਣਗੇ ਤਾਂ ਹਾਈ ਕਮਾਂਡ ਵੀ ਉਹੀ ਹੁੰਦੀ ਆ, ਤਾਂ ਵਿੰਗੇ ਟੇਢੇ ਢੰਗ ਨਾਲ ਉਹ ਆਪਣੇ ਆਪ ਨੂੰ ਉਮੀਦਵਾਰ ਮੰਨ ਰਿਹਾ। ਉਧਰੋਂ ਸੁਨੀਲ ਜਾਖੜ ਕਹਿ ਰਿਹਾ ਵੀ ਅਸੀਂ ਕਿਸੇ ਨੂੰ ਉਮੀਦਵਾਰ ਲਾਣਨਾ ਨਹੀਂ, ਜਿਹਦੇ ਚੋਂ ਜਾਖੜ ਨੂੰ ਐਂ ਲੱਗਦਾਗਾ ਵੀ ਪਿਛਲੀ ਵਾਰ ਮੇਰੇ ਤੇ ਗੁਨਾਹ ਨਹੀਂ ਸੀ ਪਿਆ। ਹਾਈ ਕਮਾਂਡ ਦੀ ਸਭ ਤੋਂ ਪਹਿਲੀ ਪਸੰਦ ਜਿਹੜੀ ਆ ਉਹ ਸੁਨੀਲ ਜਾਖੜ ਸੀ। ਉਹ ਤਾਂ ਉਦੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੀ ਹਾਲਤ ਨੂੰ ਦੇਖਦਿਆਂ ਹੋਇਆਂ, ਪੰਜਾਬ ਦੇ ਸੋਸ਼ੋ ਇਕਨੋਮਿਕ ਜਿਹੜੀ ਸਿਚੁਏਸ਼ਨ ਹੈ ਉਹਨੂੰ ਦੇਖਦਿਆਂ ਹੋਇਆਂ ਚਰਨਜੀਤ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸਿੱਖ ਭਾਈਚਾਰੇ ਦੇ ਵਿੱਚੋਂ ਹੋਣ ਕਰਕੇ, ਔਰ ਉਹਦੇ ਤੇ ਜਾਖੜ ਨਾਰਾਜ਼ ਵੀ ਆ। ਸੋ ਉਹ ਵੀ ਆਪਣੇ ਆਪ ਨੂੰ ਸਮਝ ਰਿਹਾ ਮੈਨੂੰ ਵੀ ਸ਼ਾਇਦ ਮੇਰੇ ਕਨੀ ਨੂੰ ਗੁਨਾਹ ਪੈ ਜੇ। ਦੂਜੇ ਪਾਸੇ ਗਿੱਲ ਸਾਹਿਬ ਇਹ ਵੀ ਹੈ, ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਆ, ਕਾਂਗਰਸ ਬਹੁਤ ਲੇਟ ਚੱਲ ਰਹੀ ਆ। ਪੰਜਾਬ 'ਚ ਇਹਨਾਂ ਦੀ ਸਰਕਾਰ ਹੈ, ਤਾਂ ਰਾਹੁਲ ਹੋਰੀ ਵੀ ਵਿਹਲੇ ਹੀ ਆ, ਔਰ ਉਧਰੋਂ ਚਲੋ ਨਰਿੰਦਰ ਮੋਦੀ ਹੈ, ਅਮਿਤ ਸ਼ਾਹ, ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਕੋਲ ਤਾਂ ਸਰਕਾਰ ਚਲਾਉਣ ਦਾ ਕੰਮ ਵੀ, ਇਹਨਾਂ ਕੋਲ ਤਾਂ ਸਰਕਾਰ ਚਲਾਉਣ ਦਾ ਕੰਮ ਵੀ ਨਹੀਂ। ਇਹਨਾਂ ਤੋਂ ਫਿਰ ਵੀ ਉਮੀਦਵਾਰ ਨਹੀਂ ਲਾਣੇ ਗਏ। ਸੁਖਬੀਰ ਬਾਦਲ ਹੋਰਾਂ ਨੇ ਬਹੁਤੇ ਉਮੀਦਵਾਰ ਆਪਣੇ ਐਲਾਨ ਤੇ, ਥੋੜੀ ਇੱਕਾ ਦੁੱਕਾ ਰਹਿੰਦੇ ਨੇ ਉਹ ਐਲਾਨ ਦੇਣੇ ਨੇ। ਆਮ ਆਦਮੀ ਪਾਰਟੀ ਹਰ ਰੋਜ਼ ਐਲਾਨੀ ਜਾਂਦੀ ਆ। ਆਪਾਂ ਪਹਿਲਾਂ ਜ਼ਿਕਰ ਕੀਤਾ 8 ਉਮੀਦਵਾਰਾਂ ਦਾ, ਇਹ ਤੋਂ ਪਹਿਲਾਂ ਲਗਾਤਾਰ ਲਿਸਟਾਂ ਜਾਰੀ ਹੋ ਗਈਆਂ, ਉਹਨਾਂ ਨੇ ਐਲਾਨ ਦਿੱਤੇ ਨੇ। ਤਾਂ ਰਹਿ ਗਈ ਕਾਂਗਰਸ। ਕਾਂਗਰਸ ਦੇ ਵੱਲੋਂ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ 'ਚ ਇਹਨਾਂ ਦੇ ਆਪ ਦੀ ਲੀਡਰ ਹੀ ਨਹੀਂ ਲੋਟ ਆ ਰਹੇ, ਔਰ ਇਹ ਪਤਾ ਲੱਗਿਆ ਕਿ ਜਿਹੜੇ ਵੱਡੇ ਲੀਡਰ ਨੇ ਉਹ ਆਪਦੇ ਹਲਕੇ ਦੀ ਥਾਂ ਤੇ ਹੋਰ ਹਲਕੇ ਤੇ ਜਾ ਕੇ ਚੋਣ ਲੜਨ ਨੂੰ ਤਿਆਰ ਨੇ। ਕੋਈ ਕਹਿੰਦਾ ਵੀ ਮੇਰੇ ਮੁੰਡੇ ਨੂੰ ਟਿਕਟ ਦੇ ਦਿਓ, ਕੋਈ ਕਹਿੰਦਾ ਮੇਰੀ ਪਤਨੀ ਨੂੰ ਦੇ ਦਿਓ, ਕੋਈ ਕਹਿੰਦਾ ਮੇਰੇ ਭਾਈ ਨੂੰ ਦੇ ਦਿਓ। ਕਾਂਗਰਸ ਕਹਿੰਦੀ ਅਸੀਂ ਇੱਕ ਤੋਂ ਵੱਧ ਟਿਕਟਾਂ ਇੱਕ ਪਰਿਵਾਰ 'ਚ ਦੇਣੀਆਂ ਨਹੀਂ, ਤਾਂ ਇਹਦੇ ਤੇ ਬਹੁਤ ਸਾਰੇ ਰੁੱਸੇ ਬੈਠੇ ਨੇ। ਔਰ ਜਿਹੜਾ ਸਕਰੀਨਿੰਗ ਕਮੇਟੀ ਇਹ ਦੇਖ ਰਹੀ ਹੈ, 117 ਸੀਟਾਂ ਨੇ ਪੰਜਾਬ ਦੀਆਂ, ਔਰ ਕਹਿੰਦੇ ਗਿੱਲ ਸਾਹਿਬ 1800 ਤੋਂ ਵੱਧ ਉਮੀਦਵਾਰ ਅਰਜ਼ੀਆਂ ਦੇਈ ਬੈਠਾ, ਮੈਨੂੰ ਦਿਓ। ਇੱਕ ਇੱਕ ਸੀਟ ਤੇ ਔਸਤਨ 15-15 ਉਮੀਦਵਾਰ ਨੇ ਜਿਹੜੇ ਉਹ ਕਾਂਗਰਸ ਹਾਈ ਕਮਾਂਡ ਕੋਲੇ ਪਹੁੰਚ ਰਹੇ ਨੇ, ਮੈਨੂੰ ਟਿਕਟ ਦਿਓ, ਮੈਨੂੰ ਦਿਓ। ਔਰ ਉਹਦੇ ਚੋਂ ਕਿਵੇਂ ਸਕਰੀਨ ਆਊਟ ਕਰਨਗੇ, ਕੀ ਕਰਨਗੇ, ਟਾਈਮ ਬਹੁਤ ਥੋੜਾ ਰਹਿ ਗਿਆ। ਔਰ ਹੁਣ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਜੇ ਹਫ਼ਤੇ 'ਚ ਲਿਸਟ ਜਾਰੀ ਨਾ ਕੀਤੀ, ਜਿਹੜੇ ਸਾਡੇ ਨਾਲ MLA ਹੈਗੇ ਨੇ, ਕੁਛ ਮੰਤਰੀ ਹੈਗੇ ਨੇ, ਉਹ ਨਾ ਛਾਲਾ ਮਾਰ ਜਾਣ। ਸੋ ਅਜਿਹੀ ਪੋਜੀਸ਼ਨ ਦੇ ਵਿੱਚ ਕਾਂਗਰਸ ਬਹੁਤ ਚੌਂ ਪਾਸਿਓਂ ਘਿਰੀ ਹੋਈ ਆ। ਮੁੱਖ ਮੰਤਰੀ ਕਿਹਨੂੰ ਬਣਾਉਣ, ਇਹਨੂੰ ਲੈ ਕੇ ਰੇੜਕ ਹੈ। ਮੁੱਖ ਮੰਤਰੀ ਜੇ ਬਦਲਦੇ ਨੇ ਉਹਨੂੰ ਲੈ ਕੇ ਰੇੜਕ ਹੈ। ਇਸ ਤੋਂ ਇਲਾਵਾ ਜਿਹੜੇ ਸਕਰੀਨਿੰਗ ਕਮੇਟੀ ਦੀਆਂ ਬੈਠਕਾਂ ਹੋਣੀਆਂ ਨੇ ਉਹਨੂੰ ਲੈ ਕੇ ਰੇੜਕਾ, ਉਹ 'ਚ ਕਿਹਨੂੰ ਬਿਠਾਉਣ ਕਿਹਨੂੰ ਨਾ ਬਿਠਾਉਣ। ਚਲੋ ਸਕਰੀਨਿੰਗ ਕਮੇਟੀ ਬਣੀ ਹੋਈ ਆ, ਉਹਦੇ ਵਿੱਚ ਸਕਰੀਨਿੰਗ ਕਮੇਟੀ ਵਿੱਚ ਅਜੇ ਮਾਕਣ, ਸੁਨੀਲ ਜਾਖੜ, ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ ਇਹ ਬੈਠਦੇ ਨੇ। ਪਰ ਹੁਣ ਸਵਾਲ ਇਹ ਖੜਾ ਹੋ ਗਿਆ, ਜਿਹੜੇ ਕਹਿੰਦੇ ਅਸੀਂ ਸਾਡੇ ਤਾਂ ਹਲਕੇ ਬਦਲੋ, ਜਿਨ੍ਹਾਂ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਨੇ, ਇੱਕ ਦੋ ਹੋਰ ਵੀ ਨੇ, ਉਹਨੂੰ ਲੈ ਕੇ ਰੇੜਕਾ ਪੈ ਰਿਹਾ ਜੀ। ਅੱਛਾ ਜੀ, ਇੱਕ ਇਹ ਦੱਸਿਓ ਵੀ ਰਾਜਾ ਵੜਿੰਗ ਤੇ ਗਿੱਪੀ ਗਰੇਵਾਲ ਮਿਲਦੇ ਫਿਰਦੇ ਨੇ, ਫਿਰ ਗਿੱਪੀ ਨੂੰ ਬਣਾਉਣਗੇ ਕਿਤੋਂ MLA ਦਾ ਉਮੀਦਵਾਰ? ਜੀ ਜੀ ਗਿੱਲ ਸਾਹਿਬ, ਇੱਕ ਤਾਂ ਨਾ ਇਹਨਾਂ ਦੀ ਕਾਂਗਰਸ ਦੀ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਇਹਨਾਂ ਤੋਂ ਜਿਹੜੇ ਆਪਦੇ ਇਹਨਾਂ ਦੇ ਲੀਡਰ ਨੇ ਪੁਰਾਣੇ, ਜਿਨ੍ਹਾਂ ਨੂੰ 30 ਸਾਲ 20 ਸਾਲ ਹੋ ਗਏ ਕਾਂਗਰਸ ਪਾਰਟੀ ਦੇ ਵਿੱਚ, ਉਹ ਤਾਂ ਸਾਹਮਣੇ ਰਹੇ ਕਿ ਗਾਹਾਂ ਹੋਰ ਜਿਹੜੇ ਨੇ ਉਹਨਾਂ ਨੂੰ ਲੱਭਦੇ ਫਿਰਦੇ ਨੇ। ਇੱਕ ਤਾਂ ਇਹ ਗੱਲ ਨਹੀਂ ਸਮਝ ਆ ਰਹੀ। ਦੂਸਰੀ ਗੱਲ ਇਹ ਹੈਗੀ ਗਿੱਲ ਸਾਹਿਬ ਕਿ ਗਾਇਕਾਂ ਕੜੀ ਨੂੰ, ਖਿਡਾਰੀਆਂ ਕੜੀ ਨੂੰ, ਫਿਲਮਾਂ ਵਾਲੇ ਸਿਤਾਰਿਆਂ ਕੜੀ ਨੂੰ, ਜਿਹੜੇ ਐਕਟਰ ਨੇ, ਐਕਟਰੈਸਾਂ ਕੜੀ ਨੂੰ ਉਦੋਂ ਹੀ ਪਾਰਟੀਆਂ ਜਾਂਦੀਆਂ ਜਦੋਂ ਉਹਨਾਂ ਕੋਲੇ ਲੋਕਾਂ 'ਚ ਜਾਣ ਦੇ ਲਈ ਕੋਈ ਹੀਲਾ ਵਸੀਲਾ ਨਾ ਹੋਵੇ। ਜਦੋਂ ਮੁੱਦਿਆਂ ਦੀ ਰਾਜਨੀਤੀ ਖਤਮ ਹੋ ਜਾਏ ਉਦੋਂ ਇਹਨਾਂ ਨੂੰ ਚਿਹਰਿਆਂ ਦੀ ਰਾਜਨੀਤੀ ਹੁੰਦੀ ਆ, ਕਿਉਂਕਿ ਦੋ ਹੀ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਵੋਟ ਪਾਰਟੀਆਂ ਜਾਂਦੀਆਂ ਨੇ, ਜਾਂ ਮੁੱਦਿਆਂ ਦੀ ਜਾਂ ਚਿਹਰਿਆਂ ਦੀ। ਔਰ ਹੁਣ ਇਹਨਾਂ ਕੋਲੇ ਮੁੱਦਿਆਂ ਦੀ ਇਹਦਾ ਮਤਲਬ ਖਤਮ ਹੋ ਗਈ। ਹੁਣ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਸ਼ਾਮਲ ਕਰ ਲਿਆ ਆ, ਇਹੀ ਟਰਾਂਸਪੋਰਟ ਮੰਤਰੀ ਦੇ ਰਾਹੀਂ ਲੈ ਕੇ ਆਂਦਾ। ਹੁਣ ਗਿੱਪੀ ਗਰੇਵਾਲ ਕੋਲੇ ਗੇੜੇ ਮਾਰ ਰਹੇ ਨੇ, ਤਾਂ ਲੱਗਦਾ ਜੀ ਕਿ ਗਿੱਪੀ ਗਰੇਵਾਲ ਨੂੰ ਵੀ ਇਹ ਜਿਹੜੀ ਟਿਕਟ ਹੈਗੀ ਉਹ ਦੇਣਗੇ, ਔਰ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰੇ। ਪਰ ਇਹ ਵੀ ਹੋ ਸਕਦਾ ਗਾ ਕਿ ਅੱਜ ਕੱਲ੍ਹ ਸੋਨੂੰ ਸੂਦ ਤੋਂ ਤਾਂ ਇਹ ਵੀ ਪਤਾ ਲੱਗ ਗਿਆ ਵੀ ਜਿਹੜੇ ਨੂੰ ਇੱਕ ਮਿਲ ਪੈਂਦਾ ਫਿਰ ਉਹ ਸਾਰੀਆਂ ਪਾਰਟੀਆਂ ਨੂੰ ਮਿਲਦਾ, ਫਿਰ ਉਸ ਤੋਂ ਬਾਅਦ ਉਹ ਦੇਖਦਾ ਹੀ ਨਹੀਂ ਪਤਾ ਬਾਅਦ 'ਚ ਕਿਸੇ 'ਚ ਵੀ ਨਾ ਜਾਵੇ। ਸੋ ਇਹ ਪੋਜੀਸ਼ਨਾਂ ਵੀ ਨੇ। ਲੇਕਿਨ ਇਹ ਸਥਿਤੀ ਤਾਂ ਬਣੀ ਹੋਈ ਹੈ ਕਿ ਇਹਨਾਂ ਨੂੰ ਆਪਦੇ ਲੀਡਰ ਖਿਡਾਉਣੇ ਹੁਣ ਮੁਸ਼ਕਿਲ ਲੱਗ ਰਹੇ ਨੇ, ਗਾਇਕਾਂ ਕੜੀ ਨੂੰ ਜਾ ਰਹੇ ਨੇ। ਹਰਭਜਨ ਸਿੰਘ ਪਿਛਲੇ ਦਿਨਾਂ 'ਚ ਸੰਨਿਆਸ ਲੈ ਗਿਆ ਕ੍ਰਿਕਟ ਤੋਂ, ਲੱਗਦਾ ਸੀ ਕਿ ਉਹ ਬਹੁਤ ਛੇਤੀ ਜਿਹੜਾ ਗਾ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਦੁਬਾਰੇ ਮੀਟਿੰਗ ਕਰੂ, ਪਰ ਉਹਦੀ ਮੀਟਿੰਗ ਵੀ ਨਹੀਂ ਨੇਪਰੇ ਚੜੀ। ਜੀ ਗਿੱਲ ਸਾਹਿਬ। ਅੱਛਾ, ਇੱਕ ਦੱਸਿਓ ਜੀ ਕਿ ਆਸ਼ੂ ਦੇ ਪੋਸਟਰ ਕਿਹੜੇ ਲੱਗੇ ਮੰਤਰੀ ਦੇ ਲੁਧਿਆਣੇ 'ਚ? ਦੇਖੋ ਇਹ ਹੈਗਾ ਜੀ ਜਿਹੜਾ ਭਾਰਤ ਭੂਸ਼ਣ ਆਸ਼ੂ, ਕਾਂਗਰਸ ਪਾਰਟੀ ਦਾ ਕੈਬਨਿਟ ਮਿਨਿਸਟਰ ਹੈਗਾ, ਪੰਜਾਬ ਸਰਕਾਰ ਦੇ ਵਿੱਚ ਬੜੇ ਅਹਿਮ ਅਹੁਦੇ ਦੇ ਉੱਤੇ ਆ। ਅੱਜ ਦੋ ਗੱਲਾਂ ਗਿੱਲ ਸਾਹਿਬ ਵਾਪਰੀਆਂ। ਇੱਕ ਤਾਂ ਭਾਜਪਾ ਦੇ ਕੁਝ ਲੀਡਰਾਂ ਨੇ ਕਿਹਾ ਕਿ ਇਹਨਾਂ ਦੇ ਮਹਿਕਮੇ 'ਚ ਕਰਪਸ਼ਨ ਹੋਈ ਆ ਬਹੁਤ ਵੱਡੀ ਪੱਧਰ ਦੇ ਉੱਤੇ। ਉਹਨਾਂ ਨੇ ਕਿਹਾ ਕਿ ਜਿਹੜੀ ਕਰਪਸ਼ਨ ਹੋਈ ਆ ਉਹਦੀ ਜਾਂਚ ਹੋਣੀ ਚਾਹੀਦੀ ਆ। ਦੂਸਰੇ ਪਾਸੇ
ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੇ ਉੱਤੇ ਮੁਹੱਲਿਆਂ 'ਚ ਪੋਸਟਰ ਲੱਗੇ ਨੇ ਭਾਰਤ ਭੂਸ਼ਣ ਆਸ਼ੂ ਦੇ, ਬਹੁਤ ਵੱਡੇ ਵੱਡੇ ਬੈਨਰ ਲੱਗੇ, ਪਰ ਉਹਨਾਂ ਬੈਨਰਾਂ ਤੇ ਪੰਜੇ ਦਾ ਚੋਣ ਨਿਸ਼ਾਨ ਹੈ ਨਹੀਂ। ਉਹਨਾਂ ਬੈਨਰਾਂ ਦੇ ਉੱਤੇ ਕਾਂਗਰਸ ਦੇ ਕਿਸੇ ਲੀਡਰ ਦੀ ਫੋਟੋ ਹੈ ਨਹੀਂ। ਸੋ ਇੱਕ ਜਦੋਂ ਕੈਬਨਿਟ ਮੰਤਰੀ ਹੋਵੇ, ਇਹਨਾਂ ਦਾ ਵੱਡਾ ਲੀਡਰ ਹੋਵੇ, ਉਹ ਜਦੋਂ ਪੋਸਟਰ ਲਾਊ ਵੋਟਾਂ ਦੇ ਦਿਨਾਂ 'ਚ, ਤਾਂ ਉਹਦੇ ਤੇ ਜਿਹੜਾ ਇਹਨਾਂ ਦਾ ਚੋਣ ਨਿਸ਼ਾਨਾ ਪੰਜਾ, ਉਹ ਤਾਂ ਹੋਵੇਗਾ ਹੀ ਹੋਵੇਗਾ ਲਗਭਗ। ਔਰ ਕਾਂਗਰਸ ਦੇ ਸੀਨੀਅਰ ਲੀਡਰ, ਉਹਨਾਂ ਦੀਆਂ ਫੋਟੋਆਂ ਵੀ ਹੋਣਗੀਆਂ। ਆਮ ਤੌਰ ਤੇ ਜਿਹੜੇ ਪੋਸਟਰ ਲੱਗਦੇ ਨੇ ਲਾ ਰਾਹੁਲ ਗਾਂਧੀ ਤੋਂ ਸੋਨੀਆ ਗਾਂਧੀ ਤੋਂ, ਭਾਵੇਂ ਉਹ ਜਾਣਨ ਨਾ ਜਾਣਨ, ਇਹਨਾਂ ਨੂੰ ਫੋਟੋਆਂ ਸਾਰਿਆਂ ਦੀਆਂ ਹੁੰਦੀਆਂ ਨੇ। ਪਰ ਭਾਰਤ ਭੂਸ਼ਣ ਆਸ਼ੂ ਨੇ ਜਿਹੜੇ ਪੋਸਟਰ ਲਵਾਏ ਨੇ ਜਾਂ ਇਹਨਾਂ ਦੇ ਸਮਰਥਕਾਂ ਨੇ ਲਾਏ ਨੇ ਲੁਧਿਆਣੇ ਦੇ ਵਿੱਚ, ਉਹਨਾਂ ਪੋਸਟਰਾਂ ਤੇ ਬੈਨਰਾਂ ਦੇ ਉੱਤੇ ਫਲੈਕਸਾਂ ਦੇ ਉੱਤੇ ਕਿਤੇ ਵੀ ਨਾ ਪੰਜੇ ਦਾ ਚੋਣ ਨਿਸ਼ਾਨ ਤੇ ਨਾ ਉਹਨਾਂ ਫਲੈਕਸਾਂ ਬੋਰਡਾਂ ਦੇ ਉੱਤੇ ਕਿਤੇ ਵੀ ਜਿਹੜਾ ਉਹ ਕਾਂਗਰਸ ਦੇ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਨੇ। ਸੋ ਇਹ ਗਿੱਲ ਸਾਹਿਬ ਕਿਸੇ ਪਾਸੇ ਨੂੰ ਇਸ਼ਾਰਾ ਹੋ ਰਿਹਾ ਹੈ। ਇਸ ਦੇ ਬਾਬਤ ਕੱਲ ਨੂੰ ਸਥਿਤੀ ਕਲੀਅਰ ਹੋ ਜੂ। ਪਰ ਜੋ ਇਹ ਦੋ ਚੀਜ਼ਾਂ ਜਿਹੜੀਆਂ ਮੈਂ ਸ਼ੁਰੂਆਤ 'ਚ ਵਾਪਰੀ ਦੱਸਿਆ, ਤੇ ਦੂਸਰੀ ਇਹ ਕਿ ਇੱਕ ਤਾਂ ਇਹ ਕਹਿਣਾ ਕਿ ਉਹਨਾਂ ਦੇ ਮਹਿਕਮੇ ਦੇ ਵਿੱਚ ਕਰਪਸ਼ਨ ਹੋਈ ਹੈ, ਭਾਜਪਾ ਵਾਲਿਆਂ ਨੇ ਕਿਹਾ, ਤੇ ਦੂਸਰਾ ਉਹਨਾਂ ਦੇ ਜਿਹੜੇ ਪੋਸਟਰ ਲੱਗਣੇ ਔਰ ਉਹਨਾਂ ਦੇ ਉੱਤੇ ਕਿਤੇ ਵੀ ਚੋਣ ਨਿਸ਼ਾਨ ਜਾਂ ਸੀਨੀਅਰ ਲੀਡਰਾਂ ਦੀਆਂ ਤਸਵੀਰਾਂ ਨਾ ਹੋਣੀਆਂ, ਇਹ ਆ। ਦੂਸਰਾ ਇਹ ਆ, ਕਾਂਗਰਸ 'ਚ ਹੋਰ ਵੀ ਕਾਫੀ ਕੁਝ ਚੱਲ ਰਿਹਾ ਜੀ। ਲਾਲੀ ਮਜੀਠੀਆ ਜਿਹੜਾ ਹੈਗਾ ਉਹ ਕਾਂਗਰਸ ਦਾ ਕੱਦਾਵਰ ਆਗੂ ਹੈਗਾ। ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਜਦੋਂ ਚੋਣ ਲੜਨ ਦੀ ਗੱਲ ਆਉਂਦੀ ਹੈ, ਕੌਣ ਲੜੂ ਚੋਣ ਮਜੀਠੀਆ ਦੇ ਖਿਲਾਫ, ਤਾਂ ਉਦੋਂ ਇੱਕੋ ਹੀ ਨਾਂ ਜਿਹੜਾ ਵੱਧ ਚਰਚਾ ਦਾ ਵਿਸ਼ਾ ਪਿਛਲੇ ਦਿਨਾਂ 'ਚ ਬਣਿਆ, ਉਹਦੀ ਲਾਲੀ ਮਜੀਠੀਆ, ਜਿਹੜਾ ਕਹਿੰਦਾ ਮੈਂ ਲੜੂ। ਉਹਨੇ ਬਿਕਰਮਜੀਤ ਮਜੀਠੀਆ ਖਿਲਾਫ ਚੋਣ ਲੜੀ। ਉਸ ਤੋਂ ਬਾਅਦ ਗਿੱਲ ਸਾਹਿਬ ਚਲੋ ਉਹ ਹਾਰ ਗਏ, ਬਿਕਰਮਜੀਤ ਮਜੀਠੀਆ ਗਿਆ ਜਿਹੜਾ ਉਹ ਜਿੱਤ ਗਿਆ, ਤਾਂ ਇਸ ਨੂੰ ਪਨਗਰੇਨ ਦਾ ਚੇਅਰਮੈਨ ਬਣਾਇਆ ਗਿਆ ਸੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ। ਪਨਗਰੇਨ ਦਾ ਚੇਅਰਮੈਨ ਕੋਈ ਕੈਬਨਿਟ ਮੰਤਰੀ ਤੋਂ ਘੱਟ ਨਹੀਂ ਹੁੰਦਾ, ਵਧੀਆ ਰੁਤਬਾ, ਵਧੀਆ ਅਹੁਦਾ, ਪਰ ਅੱਜ ਉਹਨਾਂ ਨੇ ਰਿਜ਼ਾਈਨ ਕਰਤਾ ਜੀ। ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਵਿਸ਼ੇ ਦੇ ਵਿੱਚ ਕੁਛ ਨਹੀਂ ਦੱਸਿਆ। ਹਾਂ, ਇੰਨਾ ਕੁ ਮੈਂ ਜ਼ਰੂਰ ਕਹਿ ਸਕਦਾਗਾ ਕਿ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਬਹੁਤ ਨੇੜਤਾ। ਇਹਨੂੰ ਪਨਗਰੇਨ ਦਾ ਚੇਅਰਮੈਨ ਬਣਾਉਣ ਵਾਲਾ ਵੀ ਕੈਪਟਨ ਅਮਰਿੰਦਰ ਸਿੰਘ ਸੀ, ਇਹਨੂੰ ਮਜੀਠੀਆ ਖਿਲਾਫ ਚੋਣ ਲੜਾਉਣ ਵਾਲਾ ਵੀ ਕੈਪਟਨ ਅਮਰਿੰਦਰ ਸਿੰਘ ਸੀ। ਇਹਦਾ ਸਭ ਤੋਂ ਵੱਧ ਨੇੜਲਾ ਗਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਆ। ਤੇ ਇੱਕ ਗੱਲ ਇਹ ਚੱਲ ਰਹੀ ਆ ਵੀ ਕੈਪਟਨ ਸਾਹਿਬ ਦੇ ਜਿਹੜੇ ਬਹੁਤ ਨੇੜਲੇ ਨੇ, ਇੱਕ ਜਿਹਦੀ ਆਪਾਂ ਸ਼ੁਰੂ 'ਚ ਜੈਡ ਸਿਕਿਉਰਿਟੀ ਵਾਲੀ ਗੱਲ ਵੀ ਕੀਤੀ ਆ, ਉਹ ਕੈਪਟਨ ਦੀ ਪਾਰਟੀ ਜਾਣ ਦੀ ਬਜਾਏ ਸਿੱਧੇ ਹੀ ਭਾਜਪਾ 'ਚ ਜਾ ਰਹੇ ਨੇ। ਸੋ ਲੰਬੇ ਰੂਟ ਵਾਲੀ ਗੱਡੀ ਪਤਾ ਨਹੀਂ ਕਿਉਂ ਫੜ ਰਹੇ ਆ, ਜਾਂ ਕਪਤਾਨ ਸਾਹਿਬ ਵੀ ਕਹਿ ਰਹੇ ਨੇ, ਇਹ ਵੀ ਪਤਾ ਨਹੀਂ ਜੀ। ਅੱਛਾ ਜੀ, ਮਜੀਠੀਆ ਉਹਨਾਂ ਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਉਹ ਸੁਣੀ ਗਈ ਹਾਈ ਕੋਰਟ 'ਚ ਜਾਂ ਨਹੀਂ? ਜੀ ਗਿੱਲ ਸਾਹਿਬ, ਅੱਜ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਸੁਣਵਾਈ ਹੈ ਜਿਹੜੀ ਉਹ ਸ਼ੁਰੂ ਹੋਈ ਸੀਗੀ, ਔਰ ਹਾਈ ਕੋਰਟ ਦੇ ਵਿੱਚ ਅੱਜ ਦੀ ਡੇਟ ਸੀਗੀ ਡਰੱਗਸ ਦੇ ਮਸਲੇ ਦੇ ਵਿੱਚ। ਪਰ ਉੱਥੇ ਗਿੱਲ ਸਾਹਿਬ ਵਾਪਰਿਆ ਕੀ? ਉੱਥੇ ਵਾਪਰਿਆ ਇਹ ਕਿ ਅੱਜ ਜਦੋਂ ਸਵੇਰੇ ਕੇਸ ਲੱਗਿਆ, ਜਸਟਿਸ ਲੀਜਾ ਗਿੱਲ ਦੀ ਬੈਂਚ ਦੇ ਅੱਗੇ ਸੂਚੀਬੱਧ ਹੋਇਆ, ਉਦੋਂ ਬਾਅਦ ਇੱਕ ਤਾਂ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਆਉਣਾ ਸੀ, ਉਹ ਸੁਪਰੀਮ ਕੋਰਟ 'ਚੋਂ ਆਉਣਾ ਸੀ, ਜਿਹੜੇ ਨੇ ਸਰਕਾਰ ਦੀ ਤਰਫੋਂ ਕੇਸ ਲੜਨਾ ਸੀ, ਉਹ ਸੀ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਉਹ ਵੀ ਨਹੀਂ ਪਹੁੰਚਿਆ। ਦੂਜੇ ਪਾਸੇ ਮਜੀਠੀਆ ਦੀ ਧਿਰ ਦੇ ਵੱਲੋਂ, ਜਿਹੜਾ ਬਚਾਅ ਪੱਖ ਦੀ ਧਿਰ ਦੇ ਵੱਲੋਂ ਸੁਪਰੀਮ ਕੋਰਟ 'ਚੋਂ ਵਕੀਲ ਆਉਣਾ ਸੀ, ਸੀਨੀਅਰ ਵਕੀਲ ਆ ਬੜਾ ਸੁਪਰੀਮ ਕੋਰਟ ਦਾ, ਮੁਕਲ ਰੋਹਤਗੀ ਵੀ ਨਹੀਂ ਪਹੁੰਚਿਆ। ਦੋਨੇ ਹੀ ਵਕੀਲ ਨਹੀਂ ਪਹੁੰਚੇ ਜੀ, ਨਾ ਤਾਂ ਪੰਜਾਬ ਸਰਕਾਰ ਵਾਲਾ ਪੀ ਚਿਦੰਬਰਮ ਪਹੁੰਚਿਆ ਤੇ ਨਾ ਬਿਕਰਮਜੀਤ ਸਿੰਘ ਮਜੀਠੀਆ ਦੀ ਤਰਫੋਂ, ਬਚਾਅ ਪੱਖ ਦੀ ਤਰਫੋਂ ਕੇਸ ਲੜਨ ਵਾਲਾ ਵਕੀਲ ਮੁਕਲ ਰੋਹਤਗੀ ਪਹੁੰਚਿਆ। ਔਰ ਉਸ ਤੋਂ ਬਾਅਦ ਦੇਖੋ ਗਿੱਲ ਸਾਹਿਬ, ਮਸਲਾ ਕਿਵੇਂ ਚੱਲਦਾ ਹੈ। ਹੁਣ ਜੇ ਅਦਾਲਤ ਦਾ ਮਸਲਾ ਆਪਾਂ ਕੋਈ ਬਹੁਤੀ ਟਿੱਪਣੀ ਨਹੀਂ ਕਰਦੇ, ਪਰ ਮਸਲਾ ਚੱਲਦਾ ਕਿਵੇਂ ਹੈ। ਜੇ ਦੋਨਾਂ 'ਚ ਇੱਕ ਵਕੀਲ ਵੀ ਆ ਜਾਂਦਾ ਤਾਂ ਉਹ ਕੇਸ ਕਿਸ ਪਾਸੇ ਤੁਰਦਾ ਆਪਾਂ ਸੋਚ ਸਕਦੇ ਹਾਂ। ਉਸ ਤੋਂ ਬਾਅਦ ਦੋਨੇ ਧਿਰਾਂ ਨੇ ਕਿਹਾ ਅੱਗੇ ਪਾ ਦਿਓ ਜੀ ਡੇਟ, ਤਾਂ 5 ਜਨਵਰੀ ਦੀ ਡੇਟ ਅੱਗੇ ਪੈ ਗਈ। ਔਰ ਇਹ ਹੁਣ ਕਿਉਂ ਹੋਇਆ, ਕਿਵੇਂ ਹੋਇਆ, ਇਹ ਆਪਣੇ ਸਰੋਤੇ ਆਪ ਹਿਸਾਬ ਲਾ ਸਕਦੇ ਨੇ ਕਿ ਅੱਜ ਬਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਦੀ ਸੁਣਵਾਈ ਸੀ। ਇੱਕ ਮੈਨੂੰ ਗਿੱਲ ਸਾਹਿਬ ਇਹਦੇ 'ਚ ਇਹ ਨਹੀਂ ਗੱਲ ਜਿਹੜੀ ਹੈਗੀ ਉਹ ਸਵਾਲ ਖੜਾ ਕਰਦੀ ਹੈਗੀ ਕਿ ਪੰਜਾਬ ਸਰਕਾਰ ਨੇ ਜੋ ਏਜੀ ਲਾਉਣਾ ਸੀ, ਐਡਵੋਕੇਟ ਜਨਰਲ, ਯਾਨੀ ਕਿ ਸਭ ਤੋਂ ਸੀਨੀਅਰ ਸਰਕਾਰੀ ਵਕੀਲ ਜਿਹੜੇ ਨੂੰ ਪੰਜਾਬ ਸਰਕਾਰ ਤਨਖਾਹ ਦਿੰਦੀ ਆ, ਉਹ ਲਾਉਣਾ ਸੀ, ਤਾਂ ਉਹਦੇ ਤੇ ਚਰਚਾ ਚੱਲੀ। ਚਰਨਜੀਤ ਚੰਨੀ ਹੋਰੀ ਕਹਿੰਦੇ ਇਹ ਲਾਉਣਾ ਹੈ, ਕਾਂਗਰਸ ਹਾਈ ਕਮਾਂਡ ਕਹਿੰਦੀ ਆਹ ਲਾਉਣਾ ਹੈ, ਸਿੱਧੂ ਕਹਿੰਦਾ ਆਹ ਲਾਉਣਾ ਹੈ।
ਉਹਦੇ ਚੋਂ ਪਹਿਲਾਂ ਚੰਨੀ ਹੋਰਾਂ ਦੀ ਚੱਲੀ, ਹੁਣ ਸਿੱਧੂ ਹੋਰਾਂ ਦੀ ਚੱਲੀ। ਹੁਣ ਪਟਵਾਲੀਆ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇੜਲੇ ਨੇ, ਉਹ ਐਡਵੋਕੇਟ ਜਨਰਲ ਨੇ। ਤਾਂ ਕੀ ਇਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦਾ ਕੇਸ ਹੈ, ਇਹ 'ਚ ਸੁਪਰੀਮ ਕੋਰਟ ਤੋਂ ਵਕੀਲ ਲਿਆਉਣ ਦੀ ਜ਼ਰੂਰਤ ਸੀ, ਜਾਂ ਪੰਜਾਬ ਦੇ ਐਡਵੋਕੇਟ ਜਨਰਲ ਵੀ ਲੜ ਸਕਦੇ ਸੀ ਕੇਸ? ਉਹ ਵੀ ਸੀਨੀਅਰ ਵਕੀਲ ਨੇ। ਸੋ ਜੇ ਸੁਪਰੀਮ ਕੋਰਟ ਤੋਂ ਹੀ ਵਕੀਲ ਆਉਂਦੇ ਨੇ, ਉਹਨਾਂ ਦਾ ਵੀ ਖਰਚਾ ਪੈਂਦਾ, ਸਰਕਾਰ ਨੂੰ ਵੀ ਪੈਂਦਾ, ਔਰ ਜਿਹੜੀ ਦੂਜੀ ਧਿਰ ਬੁਲਾ ਰਹੀ ਹੈ, ਚਲੋ ਉਹਨਾਂ ਦਾ ਪਰਸਨਲ ਮਸਲਾ, ਉਹਨਾਂ ਨੂੰ ਵੀ ਪੈਣਾ ਹੀ ਪੈਣਾ ਹੈਗਾ। ਤਾਂ ਇਹ ਵੀ ਇੱਕ ਸਵਾਲ ਆ ਜਿਹੜਾ ਉਹ ਖੜਾ ਹੁੰਦਾ। ਖੈਰ ਹੁਣ 5 ਜਨਵਰੀ ਤੱਕ ਸੁਣਵਾਈ ਟਲ ਗਈ ਹੈ ਜੀ ਮਜੀਠੀਆ ਦੀ, ਔਰ ਪੰਜਾਬ ਸਰਕਾਰ ਕੋਲੇ ਵੀ ਇਹ ਦਿਨ ਨੇ ਜੀ, ਇਦੋਂ ਤੱਕ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਗਾ ਜੇ ਕਰਨਾ ਚਾਹੁਣ ਤਾਂ ਜੀ। ਅਖੀਰਲੀ ਇਹ ਖਬਰ ਦਿਓ ਜੀ, ਲੁਧਿਆਣੇ ਬੰਬ ਧਮਾਕੇ ਦੇ ਬਾਰੇ ਕੀ ਗੱਲਬਾਤ ਚੱਲ ਰਹੀ ਹੈ? ਜੀ ਗੱਲ ਸਾਹਿਬ, ਦੇਖੋ ਲੁਧਿਆਣਾ ਬੰਬ ਧਮਾਕੇ ਦੇ ਮਸਲੇ ਦੇ ਵਿੱਚ ਕਾਫੀ ਚਰਚਾਵਾਂ ਜਿਹੜੀਆਂ ਨੇ ਉਹ ਪੱਕੀਆਂ ਹੋਈਆਂ ਨੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਹਰ ਰੋਜ਼ ਸੁਣਨ ਨੂੰ ਮਿਲਦੀਆਂ ਨੇ। ਹੁਣ ਪਹਿਲਾਂ ਤਾਂ ਇਹ ਚਰਚਾ ਜਿਹੜੀ ਚੱਲੀ ਸੀ ਕਿ ਜਰਮਨ ਦੇ ਵਿੱਚੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਹੜਾ 6 ਫਾਰ ਜਸਟਿਸ ਦੇ ਨਾਲ ਜੁੜਿਆ ਹੋਇਆਗਾ, ਔਰ ਉਹਨੂੰ ਅਰੈਸਟ ਕਰ ਲਿਆ ਗਿਆ। ਪਰ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ YouTube ਦੇ ਉੱਤੇ ਪਾਈ ਗਈ, ਹਾਲਾਂਕਿ ਬਾਅਦ 'ਚ YouTube ਤੋਂ ਹਟਾ ਲਈ ਗਈ, ਜਿਹਦੇ 'ਚ ਗੁਰਪਤਵੰਤ ਸਿੰਘ ਪੰਨੂ ਵੀ ਸੀ। ਉਹਨਾਂ ਨੇ ਦਾਅਵਾ ਕੀਤਾ ਵੀ ਉਹਨੂੰ ਅਰੈਸਟ ਹੀ ਨਹੀਂ ਕੀਤਾ ਗਿਆ ਜਰਮਨ ਤੋਂ। ਇੱਕ ਇਹ ਚਰਚਾ ਚੱਲਦੀ ਸੀ, ਕਿਉਂਕਿ ਇਹ ਸਾਰਾ ਮਸਲਾ ਵੀ ਜਿਹੜਾ ਲੁਧਿਆਣਾ ਬੰਬ ਕਾਂਡ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਸੀ। ਦੂਸਰਾ ਗੱਲ ਸਾਹਿਬ ਇਹ ਕਿ ਵਾਰਦਾਤ ਤੋਂ ਪਹਿਲਾਂ ਜਿਹੜਾ ਸਾਬਕਾ ਪੁਲਿਸ ਅਧਿਕਾਰੀ ਹੈ ਗਗਨਦੀਪ ਸਿੰਘ, ਜਿਹੜਾ ਉੱਥੇ ਮਾਰਿਆ ਗਿਆ ਬੰਬ ਧਮਾਕੇ ਦੇ ਵਿੱਚ, ਔਰ ਉਹ ਵਿਅਕਤੀ ਅੰਮ੍ਰਿਤਸਰ ਸਾਹਿਬ ਗਿਆ ਸੀ ਉਦੋਂ ਪਹਿਲਾਂ, ਔਰ ਇਹ ਜੇਲ੍ਹ ਦੇ ਵਿੱਚੋਂ ਵੀ ਕੁਝ ਬੰਦਿਆਂ ਨੂੰ ਲਿਆਂਦਾ ਜਾ ਰਿਹਾ। ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਬਰੰਟ ਦੇ ਉੱਤੇ ਇੱਕ ਤਾਂ ਰਣਜੀਤ ਬਾਬਾ ਨੂੰ ਲਿਆਂਦਾ ਗਿਆ, ਸੁਖਜਿੰਦਰ ਬਖਸ਼ਰ ਨੂੰ ਲਿਆਂਦਾ ਗਿਆ, ਔਰ ਉਹਨਾਂ ਦੀ ਪੁੱਛ ਪੜਤਾਲ ਆ ਜਿਹੜੀ ਸਖਤ ਸੁਰੱਖਿਆ ਹੇਠ ਟੀਮਾਂ ਦੇ ਵੱਲੋਂ ਕੀਤੀ ਗਈ ਹੈ। ਔਰ ਬਹੁਤ ਕੁਛ ਇਹਦੇ ਨਾਲ ਜਿਹੜਾ ਉਹ ਵਿਦੇਸ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ। ਵੈਸੇ ਤਾਂ ਚੋਣਾਂ ਦੇ ਨੇੜੇ ਅੱਜ ਤੋਂ 5 ਸਾਲ ਪਹਿਲਾਂ ਵੀ ਇੱਕ ਮੌੜ ਮੰਡੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ, ਔਰ ਇਹ ਬੰਬ ਧਮਾਕਾ ਜਿਹੜਾ ਇਹ ਹੋਇਆ ਹੈਗਾ, ਇਹਦੇ 'ਚ ਪੁਲਿਸ ਮੁਲਾਜ਼ਮ ਜਿਹੜਾ ਜਿਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਬੰਬ ਲੈ ਕੇ ਗਿਆ ਸੀ, ਔਰ ਸੈੱਟ ਕਰਨ ਦੌਰਾਨ ਵਾਸ਼ਰੂਮ ਦੇ ਵਿੱਚ ਉਹ ਤੋਂ ਚੱਲ ਗਿਆ, ਉਹ ਮਾਰਿਆ ਵੀ ਗਿਆ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਉਹਦੀ ਦੋਸਤ ਜਿਹੜੀ ਲੜਕੀ ਔਰ ਉਹਦੀ ਪਤਨੀ, ਉਹਨਾਂ ਦੇ ਅਕਾਊਂਟ ਦੇ ਵਿੱਚ ਕਹਿੰਦੇ ਵਿਦੇਸ਼ ਤੋਂ ਪੈਸੇ ਵੀ ਆਏ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਸੋ ਕਈ ਤਰ੍ਹਾਂ ਦੀਆਂ ਚਰਚਾਵਾਂ ਗੱਲ ਸਾਹਿਬ ਇਹਦੇ ਤੇ ਚੱਲਦੀਆਂ ਨੇ। ਇਹਨੂੰ ਕਈ ਪੱਖਾਂ ਤੋਂ ਪੁਲਿਸ ਦੇ ਵੱਲੋਂ, ਏਜੰਸੀਆਂ ਦੇ ਵੱਲੋਂ ਜੋੜ ਕੇ ਜਿਹੜਾ ਮਸਲਾ ਉਹ ਦੇਖਿਆ ਜਾ ਰਿਹਾ ਹੈ ਜੀ। ਧੰਨਵਾਦ ਜੀ, ਤੇ ਕੱਲ ਸਵੇਰੇ ਫੇਰ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ ਨਵਕਿੰਦਰ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਸਾਰਿਆਂ ਦਾ ਇੱਕ ਵਾਰ ਫੇਰ ਹਾਰਦਿਕ ਨਿੱਘਾ ਸਵਾਗਤ ਹੈ ਸ਼ੇਰੇ ਪੰਜਾਬ ਤੇ। ਸੰਦੇਹਾ ਬਰਫ਼ ਵੱਧ ਪੈਣ ਕਰਕੇ ਆਵਾਜਾਈ ਠੱਪ ਹੋ ਗਈ ਸੜਕਾਂ ਤੇ, ਟ੍ਰੈਫਿਕ ਆਪਾਂ ਯੂਜ਼ ਟੂ ਨਹੀਂ, ਸਿੱਖਣਾ ਪੈਣਾ ਹੁਣ। ਗੱਡੀਆਂ ਉਹ ਜਿਹੀਆਂ ਲੈਣੀਆਂ ਪੈਣੀਆਂ ਜਿਹੜੀਆਂ ਇਸ ਮੌਸਮ 'ਚ ਚੱਲਣ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੌਸਮ ਦੀ ਅਦਲਾ ਬਦਲੀ ਹੋ ਰਹੀ ਹੈ, ਇਹ ਸਾਨੂੰ ਹੁਣ ਸਿਖਾਵੇਗੀ। ਅੱਜ ਮਨਫੀ ਰਹਿਣਾ, ਵੱਧ ਤੋਂ ਵੱਧ 0 ਜਾਣਾ, ਅਤੇ ਮਨਫੀ ਜਿਹੜਾ 8 ਡਿਗਰੀ, ਅਤੇ ਕੱਲ੍ਹ ਨੂੰ ਵੀ -6 ਤੱਕ ਹੈ। ਅਤੇ ਸ਼ਨੀਚਰਵਾਰ ਅਤੇ ਐਤਵਾਰ ਨੂੰ ਇਹਨੇ ਪਲੱਸ ਵਾਲੇ ਪਾਸੇ ਨੂੰ ਆਉਣਾ, ਮੀਂਹ ਪੈਣਾ। ਅਤੇ ਫਿਰ ਇਹ ਬਰਫ਼ ਜਦ ਖੁਰਨੀ ਹੈ, ਬਰਫ਼ ਜਦ ਖੁਰਨੀ ਆ ਤਾਂ ਫਿਰ ਪਾਣੀ ਦੇ ਚਲੇ ਲੱਗਣੇ ਆ, ਉਹਨਾਂ ਦਾ ਖਿਆਲ ਰੱਖਣਾ। ਗੱਡੀ ਜਦ ਲਗਾਉਣੀ ਹੈ ਕੋਲ ਦੀ, ਤਾਂ ਤੁਰੇ ਜਾਂਦਿਆਂ ਨੂੰ ਵੇਖਣਾ ਕਿ ਕਿਸੇ 'ਤੇ ਤੁਹਾਡੇ ਇਹ ਸਪਲੈਸ਼ ਜਿਹੜਾ ਪਾਣੀ ਬਹੁਤ ਉਹ ਗੰਦਾ ਹੁੰਦਾ, ਠੰਡਾ ਹੁੰਦਾ, ਲੂਣ ਹੁੰਦਾ, ਅਤੇ ਉਹ ਵੀ ਸੜਕ 'ਤੇ ਕਿਸੇ ਖੜ੍ਹੇ ਵਿਦਿਆਰਥੀ ਨੂੰ, ਕਿਸੇ ਨੂੰ ਵੇਖਦੇ ਹੋ ਕੋਲ ਦੀ ਲੰਘੇ ਜਾਂਦੇ ਹੋ, ਭੋਰਾ ਵਲ ਪਾ ਕੇ ਜਾਣਾ ਪਵੇ ਤਾਂ ਉਹਨਾਂ ਨੂੰ ਗੱਡੀ 'ਚ ਬਿਠਾਓ ਅਤੇ ਕਹੋ, ਪਹਿਲਾਂ ਪੁੱਛੋ ਵੀ ਤੁਸੀਂ ਬਹਿਣਾ ਚਾਹੁੰਦੇ ਹੋ ਮੇਰੇ ਨਾਲ। ਕਈ ਵਾਰ ਬੱਚੀਆਂ ਹੁੰਦੀਆਂ ਡਰ ਜਾਂਦੀਆਂ, ਕਹੋ ਉਹਨਾਂ ਨੂੰ ਵੀ ਮੈਂ ਛੱਡ ਕੇ ਆਉਣਾ ਪੁੱਤ, ਬੈਠੋ। ਇੱਜ਼ਤ ਦੇ ਨਾਲ, ਪਿਆਰ ਦੇ ਨਾਲ ਗੱਲ ਕਰੋ, ਫਿਰ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੱਕ ਪਹੁੰਚਾਓ, ਜ਼ਰੂਰੀ ਹੈ। ਅੱਜ ਮੈਂ ਗੱਲਬਾਤ ਇੱਕ ਉਹੋ ਜਿਹੇ ਦੁੱਖ ਦੀ ਕਰਨੀ ਹੈ ਜਿਹੜਾ ਦੁੱਖ ਗੁਰੂ ਕਰੇ ਕਿਸੇ ਨੂੰ ਨਾ ਪਵੇ, ਜਾਂ ਜਵਾਨ ਪੁੱਤ ਨੂੰ ਮਾਪਿਆਂ ਵੱਲੋਂ ਅਲਵਿਦਾ ਕਹਿਣਾ ਪਵੇ। ਸਾਰੇ ਅਸੀਂ ਇਸ ਧਰਤੀ 'ਤੇ ਵਧੀਆ ਜੀਵਨ ਬਤੀਤ ਕਰਨ ਲਈ, ਤਰੱਕੀਆਂ ਕਰਨ ਲਈ ਆਉਂਦੇ ਹਾਂ। ਇਸੇ ਤਰ੍ਹਾਂ ਹੀ ਸਨੇਹਪਾਲ ਸਿੰਘ ਰੰਧਾਵਾ ਮੀਮਸੇ ਪਿੰਡ ਤੋਂ ਮੁੰਡਾ 10 ਵਰ੍ਹੇ ਪਹਿਲਾਂ ਬਰੈਂਪਟਨ 'ਚ ਆਇਆ। ਬਰੈਂਪਟਨ ਤੋਂ
ਕੈਲਗਰੀ ਤੋਂ ਇੱਥੇ ਆ ਗਿਆ ਤੇ ਯੈਲੋ ਟੈਕਸੀ ਉਹ ਮੁੰਡਾ ਚਲਾਉਣ ਲੱਗ ਗਿਆ। ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਊ ਕਿ ਜਦ ਇਹ ਕੇਸ ਦੀ ਗੱਲ ਨਹੀਂ ਕਿਸੇ ਪਾਸੇ ਚੱਲ ਰਹੀ ਸੀ ਤਾਂ ਆਪਾਂ ਰੰਧਾਵਾ ਪਰਿਵਾਰ ਦੇ ਨਾਲ ਸਰਦਾਰ ਬਹਾਦਰ ਸਿੰਘ ਰੰਧਾਵਾ ਜੀ ਜਿਹੜੇ ਸਤਿਕਾਰਯੋਗ ਪਿਤਾ ਜੀ ਨੇ ਸਨੇਹਪਾਲ ਸਿੰਘ ਰੰਧਾਵਾ ਦੇ ਤੇ ਉਹਨਾਂ ਦੇ ਬ੍ਰਦਰ ਨੂੰ ਆਸਟ੍ਰੇਲੀਆ ਤੋਂ ਆਪਾਂ ਗੱਲਬਾਤ ਕੀਤੀ ਸੀ। ਹੋਇਆ ਕੀ ਹੈ, ਦੇਖੋ ਜ਼ੁਲਮ ਜਿਹੜਾ ਹੈ ਉਹ ਇਹ ਹੋਇਆ ਕਿ 29 ਦਸੰਬਰ ਪਿਛਲੇ ਸਾਲ ਮੁੰਡਾ ਸਵੇਰੇ ਟੈਕਸੀ ਚਲਾ ਰਿਹਾ, ਦੋ ਬੰਦੇ ਨਾਲ ਬੈਠੇ ਨੇ, ਈਸਟ ਫਸਟ ਐਵਨਿਊ ਤੇ ਰੈਨਫਰੂ ਸਟਰੀਟ ਦੀ ਇੰਟਰਸੈਕਸ਼ਨ ਟੱਪ ਰਿਹਾ। ਇੱਕ ਲਾਲ ਬੱਤੀਆਂ 'ਚੋਂ ਕੱਢ ਕੇ ਗੱਡੀ ਕਾਰ ਟੂ ਗੋ ਛੋਟੀ ਜਿਹੜੀ ਕਾਰ ਉਸ ਨੇ ਸਨੇਹਪਾਲ ਵਾਲੇ ਪਾਸੇ ਉਹਦੇ ਵਿੱਚ ਮਾਰੀ ਆ ਕੇ। ਸਨੇਹਪਾਲ ਦਮ ਤੋੜ ਗਿਆ, ਦੂਜਿਆਂ ਦੇ ਸੱਟਾਂ ਲੱਗੀਆਂ ਤੇ ਜਿਹਨੇ ਗੱਡੀ ਮਾਰੀ ਉਹ ਵੀ ਹਸਪਤਾਲ ਦੇ ਵਿੱਚ। ਹੁਣ ਵੇਖੋ ਟਵਿਸਟ ਕੀ ਹੈ ਇਸ ਚੀਜ਼ ਦੇ ਵਿੱਚ। ਸਾਲ ਹੋ ਗਿਆ, ਕੱਲ੍ਹ ਸਨੇਹਪਾਲ ਦੇ ਪਰਿਵਾਰ ਨੇ, ਉਹਨਾਂ ਦੇ ਸਨੇਹੀਆਂ ਨੇ ਉਸ ਇੰਟਰਸੈਕਸ਼ਨ 'ਤੇ ਉਹ ਤਖਤੀਆਂ ਲੈ ਕੇ ਜਾ ਕੇ ਖੜੇ ਹੋਏ ਬਈ ਸਾਡੇ ਜਵਾਕ ਨੂੰ ਇਨਸਾਫ ਕਦ ਦੇਣਾ ਤੁਸੀਂ। ਜਿਹਨੇ ਗੱਡੀ ਮਾਰੀ ਉਹ ਆਇਰਲੈਂਡ ਦਾ ਰਹਿਣ ਵਾਲਾ ਸੀ ਤੇ ਗੱਡੀ ਮਾਰ ਕੇ ਤੇ ਉਸ ਨੂੰ ਇੱਥੋਂ ਜਹਾਜ਼ ਚੜ੍ਹਨ ਦਿੱਤਾ ਗਿਆ। ਤੁਸੀਂ ਜਾਓ ਤਾਂ ਕੈਨੇਡੀਅਨ ਜਾ ਕੇ ਪੰਜਾਬ ਦੇ ਵਿੱਚ ਕੋਈ ਤੁਸੀਂ ਕੁਛ ਕਰਕੇ ਦਿਖਾਓ ਤੇ ਫਿਰ ਤੁਸੀਂ ਜਹਾਜ਼ ਦਿੱਲੀਓਂ ਚੜ੍ਹ ਕੇ ਦਿਖਾਇਓ। ਇਹ ਗੱਲਾਂ ਕਰਦੇ ਨੇ ਨਾ ਵੀ ਸਾਡੇ ਕੰਪਿਊਟਰ ਤੇ ਸਾਡੀ ਵਰਦੀ ਤੇ ਸਾਡੀ ਸ਼ਰਦੀ ਜੇ ਵੋ, ਉੱਥੇ ਤਾਂ ਸਾਰਾ ਕੁਛ ਇਹੋ ਜਿਹਾ ਹੈ ਨਹੀਂ ਨਾ। ਤੁਸੀਂ ਪਿੰਡ 'ਚ ਜਾ ਕੇ ਕਿਸੇ ਸ਼ਰੀਕ ਦੇ ਝੂਠੀ FIR ਦਿੱਤੀ ਹੋਵੇ 751, ਤੁਸੀਂ ਜਹਾਜ਼ ਚੜ੍ਹ ਕੇ ਦਿਖਾਇਓ ਉੱਥੋਂ। ਇੱਥੋਂ ਤੁਹਾਡੇ ਸਾਰਾ ਕੁਛ ਹੁੰਦਿਆਂ ਹੋਇਆਂ ਆਮ ਕੋਈ ਹੋਵੇ ਉਹਦੇ ਬੰਗਣਾ ਪਾ ਦਿੰਦੇ ਹੋ ਜਦੇ ਗਿੱਟੇ 'ਚ ਤੇ ਘੁੰਮਦਾ ਫਿਰੇ, ਸਾਨੂੰ ਪਤਾ ਲੱਗੇ ਕਿਵੇਂ ਜਹਾਜ਼ ਚੜ੍ਹ ਗਿਆ ਉਹ ਇੱਥੋਂ। ਉਹਨੂੰ ਉਹਦੇ ਕੀਤੇ ਦੀ ਸਜ਼ਾ ਕਿਉਂ ਨਹੀਂ ਦਿੱਤੀ? ਪੁਲਿਸ ਦੀ ਕਾਊਂਟਰ ਅਟੈਕ ਤੋਂ, ਪੁਲਿਸ ਦੇ ਜਿਹੜਾ ਚੈੱਕਆਊਟ ਲੱਗਿਆ ਹੋਇਆ ਸੀ ਉੱਥੋਂ ਨਾਕੇ ਤੋਂ ਉਹ ਕਾਰ ਲੈ ਕੇ ਭੱਜਿਆ। ਭੋਰਾ ਕਾਰ ਆ, 125 ਕਿਲੋਮੀਟਰ ਤੇ ਭਜਾ ਕੇ ਆ ਕੇ ਉਹਨੇ ਸਨੇਹਪਾਲ ਰੰਧਾਵਾ ਜਿਹੜੇ ਮੁੰਡੇ ਦੀ ਜ਼ਿੰਦਗੀ, ਮਾਪਿਆਂ ਦਾ ਜਿਉਣਾ ਦੁੱਭਰ ਕਰ ਦਿੱਤਾ, ਨਰਕ ਬਣਾ ਦਿੱਤੀ ਜ਼ਿੰਦਗੀ। 10 ਵਰੇ ਇੱਥੇ ਪਹਿਲਾਂ ਆਇਆ, ਘਰ ਉਹਨੇ ਲਿਆ, ਸਾਰੇ ਵਰਕਰ, ਸਾਰੇ ਦੋਸਤ ਮਤਲਬ ਉਹਦੇ ਗੁਣ ਗਾ ਰਹੇ ਨੇ, ਕਹਿੰਦੇ ਇੰਨਾ ਵਧੀਆ ਯਾਰ ਮੁੰਡਾ, ਇੰਨਾ ਸਾਊ ਮੁੰਡਾ ਤੇ ਇੰਨਾ ਮਦਦਗੀਰ ਵਾਲਾ। ਯੈਲੋ ਕੈਬ ਦੇ ਪ੍ਰੈਜ਼ੀਡੈਂਟ ਸਹੋਤੇ ਉਹਨਾਂ ਨੇ ਕਿਹਾ, ਕਹਿੰਦੇ ਇੰਨਾ ਵਧੀਆ ਵਰਕਰ। ਸਾਲ ਹੋ ਗਿਆ, ਡੱਕਾ ਦੂਰਾ ਨਹੀਂ ਹੋਇਆ, ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਨਹੀਂ ਗੱਲ ਕੀਤੀ। ਉਹ ਬੰਦਾ ਜਿਹੜਾ ਜਿਹਨੇ ਉਹਨੂੰ ਮਾਰਿਆ ਉਹ ਆਇਰਲੈਂਡ 'ਚ ਬੈਠਾ, ਚੜ੍ਹ ਗਿਆ ਇੱਥੋਂ, ਲਿਆ ਨਹੀਂ ਸਕਦੇ ਤੁਸੀਂ। 100 ਸਿਆਪੇ ਨੇ, ਐਕਸਟ੍ਰਾਡੀਸ਼ਨ ਦੀ, ਹਵਾਲਗੀ ਦੀਆਂ ਸੰਧੀਆਂ, ਜੇ ਉਹ ਕੇਸ, ਔਰ ਕੋਈ ਉੱਤਾ ਨਹੀਂ ਬਾਚ ਰਿਹਾ। ਮਰਨ ਵਾਲਾ ਮਰ ਗਿਆ, ਮਾਪੇ ਵਿਲਕਦੇ ਫਿਰਦੇ ਨੇ। ਸਾਲ ਹੋ ਗਿਆ, ਤਖਤੀਆਂ ਲੈ ਕੇ ਕੱਲ੍ਹ ਉਹ ਖੜੇ ਉੱਥੇ ਜਾ ਕੇ ਵੀ ਸਾਡੇ ਜਵਾਕ ਨੂੰ ਇਨਸਾਫ ਤਾਂ ਦੇ ਦਿਓ। ਜਿਹੜਾ ਰਹਿ ਗਿਆ, ਜਿਹੜਾ ਜਿੱਤ ਗਿਆ। ਇੱਥੇ ਕੋਈ ਨਹੀਂ ਪੁੱਛਦਾ ਮਿੱਤਰਾ, ਇੱਥੇ ਖੜਿਆਂ ਦਾ ਹੀ ਹੈ ਖਾਲਸਾ। ਇੱਕ ਵਾਰ ਤੋਂ ਦਿਲ 'ਚ ਜਾ ਵੜੇ ਤੁਸੀਂ, ਕੋਈ ਨਹੀਂ ਪੁੱਛਦਾ ਇੱਥੇ। ਇਹ ਦੇਸ਼ਾਂ ਦੂਸ਼ਾਂ ਵਾਲੀਆਂ ਗੱਲਾਂ ਹੀ ਨੇ। ਸਿਸਟਮ ਹੈ ਜੀ, ਜੇ ਹੈ ਤੇ ਉਹ ਲਿਆਓ ਸਿਸਟਮ। ਸਾਲ ਹੋ ਗਿਆ, ਦੱਸੋ ਕੀ ਅਪਡੇਟ ਹੈ? ਸਰਦਾਰ ਬਹਾਦਰ ਸਿੰਘ ਰੰਧਾਵਾ ਹੁਣੀ ਮੇਰੇ ਨਾਲ ਨੇ, ਉਹਨਾਂ ਨਾਲ ਮੈਂ ਗੱਲਬਾਤ ਕਰਦਾ ਹੁਣ। ਦੁੱਖ ਦੀ ਦਾਸਤਾਂ ਹੈ। ਸਰਦਾਰ ਸਾਹਿਬ ਨੇ ਪਿਛਲੀ ਵਾਰ ਵੀ ਆਪਣੇ ਨਾਲ ਗੱਲਬਾਤ ਕੀਤੀ ਸੀ। ਉਹ ਕਿਵੇਂ ਜਿਉ ਰਹੇ ਨੇ, ਹਾਲ ਕੀ ਹੈ? ਰਿਟਾਇਰਡ ਇੱਕ ਵੈਟਨਰੀ ਡਾਕਟਰ, ਜਿਸ ਦੀ ਏਰੀਏ ਦੇ ਵਿੱਚ ਇੰਨਾ ਪਿਆਰ ਹੈ, ਬਹੁਤ ਲੰਮਾ ਸਮਾਂ ਉਹਨਾਂ ਨੇ, ਭੁੱਲਰਾਂ ਪਿੰਡ ਹੈ ਬਿਲਕੁਲ ਜੌੜੇ ਪੁਲਿਆਂ ਦੇ ਨਾਲ, ਉੱਥੇ ਕੰਮ ਕੀਤਾ। ਲੋਕ ਉਸ ਏਰੀਏ ਦੇ, ਸਰਦਾਰ ਰਵਿੰਦਰ ਸਿੰਘ ਨੇ, ਰਿਸ਼ਤੇਦਾਰ ਨੇ ਆਪਣੇ, ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਸਾਰੇ ਲੋਕ ਯਾਦ ਕਰ ਰਹੇ ਨੇ ਵੀ ਸਰਦਾਰ ਬਹਾਦਰ ਸਿੰਘ ਵਰਗੇ ਵੈਟਨਰੀ ਡਾਕਟਰ ਜਿਹੜੇ ਨੇ ਉਹ ਕਿੱਥੇ ਨੇ? ਉਹ ਬਨਵੌਰੇ ਤੋਂ ਨੇ। ਇਹੋ ਜਿਹੇ ਚੰਗੇ ਇਨਸਾਨ ਨੂੰ ਅਜਿਹਾ ਦੁੱਖ ਮਿਲਿਆ ਕਿ ਜ਼ਿੰਦਗੀ ਜਿਹੜੀ ਹੈ ਉਹ ਅਪਸਾਈਡ ਡਾਊਨ ਹੋ ਗਈ। ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਕਹਾਣੀ ਤੇ ਕਿਸ ਤਰ੍ਹਾਂ ਗੱਲ ਖੜੀ ਹੈ। ਰੰਧਾਵਾ ਸਾਹਿਬ, ਸਵਾਗਤ ਜੀ ਤੁਹਾਡਾ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ।
ਅੱਛਾ ਜੀ, 1 ਸਾਲ ਲੰਘ ਗਿਆ ਸਨੇਪਾ ਰੰਧਾਵਾ ਨੂੰ ਗਏ ਨੂੰ, ਤੇ ਕੱਲ ਤੁਸੀਂ ਫੇਰ ਉਸ ਇੰਟਰਸੈਕਸ਼ਨ ਤੇ ਗਏ। ਦੁਬਾਰਾ ਜਿਹੜੇ ਜ਼ਖਮ ਚੇੜਨੇ ਬਹੁਤ ਔਖੇ ਨੇ। ਨਹੀਂ ਗਿੱਲ ਸਾਹਿਬ, ਮਾਫੀ ਚਾਹੁੰਦਾ, 2 ਸਾਲ ਹੋ ਗਏ ਜੀ। 2 ਸਾਲ ਹੋ ਗਏ, ਸੌਰੀ ਜੀ, 19 ਦੀ ਗੱਲ ਹੈ, 2 ਸਾਲ ਹੋ ਗਏ ਜੀ, ਇਹ ਸੌਰੀ। 29 ਦਸੰਬਰ 2019 ਦੀ ਘਟਨਾ ਜੀ। ਸਵੇਰੇ ਜੀ 3:30 ਵਜੇ ਦੀ ਕਹਿ ਰਹੀ ਹੈ ਪੁਲਿਸ। ਹੁਣ 2 ਸਾਲਾਂ ਦੇ ਵਿੱਚ ਕੀ ਹੋਇਆ ਜੀ ਹੁਣ ਤੱਕ? ਦੇਖੋ ਗਿੱਲ ਸਾਹਿਬ, ਕਾਫੀ ਕੁਝ ਤੁਸੀਂ ਕਹਿ ਦਿੱਤਾ। ਇਹੀ ਗੱਲ ਮੇਰੇ ਮਨ ਦੇ ਵਿੱਚ ਜੀ ਵੀ 2 ਸਾਲਾਂ ਦੇ ਵਿੱਚ ਹਾਲ ਤੱਕ ਸਾਨੂੰ ਜੋ ਇੱਥੇ ਸਿਸਟਮ ਬਾਰੇ ਅਸੀਂ ਸੁਣਿਆ ਸੀ ਉਹ ਕੁਝ ਦਿਖ ਨਹੀਂ ਰਿਹਾ ਵੀ ਆਹ ਹੋ ਰਿਹਾ। ਪੁਲਿਸ ਕੀ ਕਹਿ ਰਹੀ ਆ, ਕੀ ਦੱਸ ਰਹੇ ਨੇ ਵੈਨਕੂਵਰ ਪੁਲਿਸ? ਤੁਹਾਡਾ ਕੋਈ ਵਕੀਲ ਕੋਈ ਕੁਝ ਦੱਸ ਰਿਹਾ ਵੀ ਕੀ ਹੋ ਰਿਹਾ ਇਸ ਕੇਸ 'ਚ? ਵੈਨਕੂਵਰ ਪੁਲਿਸ ਨਾਲ ਮੇਰੀ ਪਹਿਲਾਂ ਤਾਂ ਨਹੀਂ ਕਿਤੇ ਗੱਲ ਹੋਈ। 8 ਅਕਤੂਬਰ 2021 ਨੂੰ ਮੈਂ ਇੱਥੇ ਆਇਆ। ਨਹੀਂ ਸੌਰੀ, ਆਇਆ 6 ਅਕਤੂਬਰ ਨੂੰ। 8 ਅਕਤੂਬਰ ਨੂੰ ਮੇਰੀ ਗੱਲ ਹੋਈ ਹੈ ਜੀ। ਕੀ ਕਹਿੰਦੇ ਜੀ ਉਹ ਕਹਿੰਦੇ ਵੀ ਸਾਡੇ ਵੱਲੋਂ ਇਨਕੁਆਇਰੀ ਕੰਪਲੀਟ ਹੈ। ਅੱਛਾ ਜੀ। ਤੇ ਮੈਨੂੰ ਕਹਿੰਦੇ ਵੀ ਤੁਸੀਂ ਕੀ ਚਾਹੁੰਦੇ ਹੋ। ਚਲੋ ਕਾਫੀ ਲੰਬੀ ਦਾਸਤਾਨ ਹੈ ਜੀ। ਮੈਂ ਉਹਨਾਂ ਨੂੰ ਇੱਕੇ ਗੱਲ ਕਹੀ ਹੈ ਪੰਜਾਬੀ 'ਚ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜਦ ਤੁਸੀਂ ਉਹ ਬੰਦੇ ਨੂੰ ਇੱਥੋਂ ਆਇਰਲੈਂਡ ਭੇਜਿਆ, ਸਾਡੇ ਕਿਸੇ ਵੀ ਪਰਿਵਾਰ ਦੇ ਜੀਅ ਨੂੰ ਤੁਸੀਂ ਜਿਹਨੂੰ ਆਪਾਂ ਕਹੀਏ ਵੀ ਕੰਸੈਂਟ 'ਚ ਨਹੀਂ ਲਿਆ। ਤੇ ਉਹਨਾਂ ਦਾ ਇੱਕੇ ਜਵਾਬ ਸੀ, ਕਹਿੰਦੇ ਵੀ ਇਹ ਡਿਊ ਟੂ ਇੰਟਰਨੈਸ਼ਨਲ ਟ੍ਰੀਟੀ ਹੋ ਗਿਆ। ਮੈਂ ਕਿਹਾ ਵੀ ਜੇ ਇਹ ਗੱਲ ਹੋ ਗਈ ਸੀ ਤਾਂ ਤੁਸੀਂ ਘੱਟੋ ਘੱਟ ਜਿਹੜੇ ਪਰਿਵਾਰ ਨਾਲ ਵਾਪਰੀ ਹੈ ਉਸਨੂੰ ਮਾੜਾ ਮੋਟਾ ਤਾਂ ਦੱਸ ਦੇਣਾ ਕੋਈ। ਚਲੋ ਇਹ ਗੱਲ ਕਹਿੰਦੇ ਵੀ ਅਸੀਂ ਨਹੀਂ ਇਹ ਗੱਲ ਤੁਹਾਨੂੰ ਦੱਸ ਸਕਦੇ, ਇਹ ਗੱਲ ਸਰਕਾਰ ਦੱਸ ਸਕਦੀ ਹੈ। ਠੀਕ ਹੈ ਜੀ। ਚਲੋ ਤੁਸੀਂ 11 ਜਨਵਰੀ 2021 ਨੂੰ ਮੇਰੇ ਨਾਲ ਤੇ ਮੇਰੇ ਆਸਟ੍ਰੇਲੀਆ ਵਾਲੇ ਬੇਟੇ ਨਾਲ ਵੀ ਗੱਲ ਕੀਤੀ ਸੀ। ਉਹ ਵੀ ਮੈਂ ਔਨ 에ਅਰ ਦੱਸੀ ਤੁਹਾਨੂੰ ਸਾਰੀ। ਜੀ ਜੀ ਜੀ। ਬਸ ਉਹ ਸਟੋਰੀ ਉੱਥੇ ਦੀ ਉੱਥੇ ਹੀ ਖੜੀ ਹੈ ਜੀ ਸਾਰੀ। ਸੋ ਮਤਲਬ ਕੱਲ ਵੀ ਅਸੀਂ ਹਾਂਜੀ ਦੱਸੋ। ਹਾਂਜੀ, ਕੱਲ ਵੀ ਅਸੀਂ ਇੰਟਰਸੈਕਸ਼ਨ ਤੇ ਗਏ। ਕੱਲ ਵੀ ਸਾਡੀ ਮੇਨ ਡਿਮਾਂਡ ਜਿਹੜੀ ਇਹ ਸੀ ਵੀ ਤੁਸੀਂ ਉਹ ਬੰਦੇ ਨੂੰ ਵਾਪਸ ਕਦੋਂ ਲਿਆਉਂਦੇ ਹੋ ਤੇ ਸਜ਼ਾ ਤੁਹਾਡਾ ਸਿਸਟਮ ਕੀ ਦਿੰਦਾ ਹੈ। ਉਹ ਇੱਥੇ ਕੈਨੇਡਾ 'ਚ ਦੇਵੇ, ਚਾਹੇ ਤੁਸੀਂ 2 ਟ੍ਰਾਇਲ ਚਲਾ ਕੇ ਚਾਹੇ 2 ਘੰਟੇ ਦੀ ਸਜ਼ਾ ਦੇ ਦਿਓ, ਸਾਨੂੰ ਤਸੱਲੀ ਤਾਂ ਹੋ ਜੇ ਨਾ। ਬਿਲਕੁਲ ਠੀਕ। ਤੇ ਹਾਲੇ ਤੱਕ ਮੈਨੂੰ ਨਾ ਕੋਈ ਵੀ ਰਿਟਰਨ ਰਿਪਲਾਈ ਆਇਆ। ਮੈਂ ਹਰੇਕ ਮਹੀਨੇ ਨਾ ਜੀ ਸੋਸ਼ਲ ਮੀਡੀਆ ਤੇ ਮੈਂ ਉਹਦਾ ਸਾਰਾ ਦੁੱਖ ਪਾਉਣਾ। ਪਰ ਹੁਣ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਕਿੱਥੇ ਜਾਵਾਂ ਤੇ ਕਿੱਥੇ ਮੈਂ ਅਪੀਲ ਕਰਾਂ, ਕਿਸ ਤਰ੍ਹਾਂ ਉਹ ਬੰਦੇ ਨੂੰ ਬੁਲਾਵਾਂ। ਤੇ ਸਰਾਰ ਸਾਹਿਬ, ਤੁਸੀਂ ਉੱਥੇ ਸਰਵਿਸ ਕੀਤੀ, ਪੜ੍ਹੇ ਲਿਖੇ ਹੋ, ਤੁਸੀਂ ਹੁਣ ਅੱਖਰਾਂ ਨੂੰ ਲਾਈਨਾਂ ਦੇ ਵਿੱਚ ਪੜ੍ਹ ਰਹੇ ਹੋ। ਕੀ ਤੁਹਾਨੂੰ ਲੱਗਦਾ ਕਿ ਪੁਲਿਸ ਟਾਲਾ ਵੱਟ ਰਹੀ ਆ ਵੀ ਇਹਨਾਂ ਨੇ ਹੁਣ ਉਹਨੂੰ ਸੱਦਣਾ ਨਹੀਂ? ਨਹੀਂ ਜੀ, ਪੁਲਿਸ ਇਸ ਤਰ੍ਹਾਂ ਦਾ ਨਹੀਂ ਜਵਾਬ ਦੇ ਰਹੀ ਆਪਾਂ ਨੂੰ। ਤੇ ਚਲੋ ਜਿਵੇਂ ਵੀ ਮੈਨੂੰ ਉਹਨਾਂ ਨੇ ਸਟੈਪ ਬਾਈ ਸਟੈਪ ਕਿਹਾ, ਮੈਂ ਉੱਥੇ ਅਪਰੋਚ ਕੀਤੀ ਹੈ ਜੀ। ਪਰ ਹਾਲੇ ਤੱਕ ਮੈਨੂੰ ਨਹੀਂ ਲੱਗ ਰਿਹਾ ਜੀ ਵੀ ਹਾਂ ਵੀ ਇਹਨਾਂ ਨੇ ਕੋਈ ਸਟੈਪ ਅਪਣਾਇਆ ਵੀ ਉਹ ਬੰਦੇ ਨੂੰ ਵਾਪਸ ਲੈ ਕੇ ਆਉਣ। ਚਲੋ ਇੱਕ ਗੱਲ ਗਿੱਲ ਸਾਹਿਬ ਮੈਂ ਵੀ ਚੰਗੀ ਤਰ੍ਹਾਂ ਜਾਣਦਾ, ਕਿਉਂ ਪਹਿਲਾਂ ਵੀ ਮੇਰੀ ਸੋਸ਼ਲ ਲਾਈਫ ਹੈ ਤੇ ਹੁਣ ਵੀ ਮੈਂ ਜੀ ਇਸ ਸੰਕਟ ਦੇ ਵਿੱਚੋਂ ਸਾਰਾ ਪਰਿਵਾਰ ਤੇ ਤੁਸੀਂ ਵੀ ਨਾਲ ਹੋ ਮੇਰੇ, ਆਪਾਂ ਗੁਜ਼ਰ ਰਹੇ ਹਾਂ ਜੀ। ਵੀ ਚਲੋ ਕੋਈ ਇਨਵੈਸਟੀਗੇਸ਼ਨ ਦੀ ਜਿਹੜੀ ਹੈ ਕੋਈ ਨਾ ਕੋਈ ਗੁਪਤ ਗੱਲਾਂ ਹੁੰਦੀਆਂ ਨੇ, ਨਹੀਂ ਸ਼ੇਅਰ ਕੀਤੀਆਂ ਜਾ ਸਕਦੀਆਂ। ਬਿਲਕੁਲ ਠੀਕ। ਪਰ ਜਿਹੜੀ ਸਪਸ਼ਟ ਗੱਲ ਹੈ ਵੀ ਜਿਹੜੀ ਅਸੀਂ ਪਿਛਲੇ 2 ਸਾਲ ਦੇ ਮੰਗ ਕਰ ਰਹੇ ਹਾਂ, ਪਹਿਲਾਂ ਅਸੀਂ ਉਦੋਂ ਹੀ ਆਬਜੈਕਸ਼ਨ ਜਦ ਇਹਨਾਂ ਨੇ ਸੋਸ਼ਲ ਮੀਡੀਆ ਤੇ
ਅਸੀਂ ਇੰਡੀਆ ਆਪਣੇ ਉਹਦੇ ਵਿੱਚ ਕੋਵਿਡ ਦੇ ਵਿੱਚ ਲਾਕਡਾਊਨ ਦੇ ਵਿੱਚ ਫਸ ਗਏ। ਉਦੋਂ ਸਾਨੂੰ ਫੇਸਬੁੱਕ ਤੋਂ ਹੀ ਪਤਾ ਲੱਗਿਆ ਵੀ ਹਾਂ ਇਹ ਬੰਦੇ ਨੂੰ ਇਹ ਬਾਹਰ ਭੇਜ ਚੁੱਕੇ ਨੇ। ਮੈਨੂੰ ਤੇ ਮੇਰੇ ਸਾਰੇ ਦੋਸਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਇੱਕ ਦੋਸ਼ੀ ਬੰਦੇ ਨੂੰ ਇਸ ਤਰੀਕੇ ਨਾਲ ਸਰਕਾਰ ਕਿਸ ਤਰ੍ਹਾਂ ਵਾਪਸ ਕਰ ਸਕਦੀ ਹੈ। ਬਿਲਕੁਲ ਠੀਕ ਗੱਲ। ਜਾਂ ਸਰਕਾਰ ਉਹਦਾ ਜੇ ਠੀਕ ਹੈ ਉਹ ਫੱਟੜ ਸੀ, ਉਹਦਾ ਇਲਾਜ ਨਹੀਂ ਕਰਾ ਸਕੀ। ਨਹੀਂ ਜੀ, ਇਸ ਤਰੀਕੇ ਨਾਲ ਤਾਂ ਜਿਹੜੀ ਇਸ ਤਰ੍ਹਾਂ ਨਹੀਂ ਹੋ ਸਕਦਾ ਸਰਦਾਰ ਸਾਹਿਬ। ਜ਼ਖਮੀ ਵਾਲਾ ਦਾ ਉਹ ਤਾਂ ਇਹ ਤਾਂ ਚਾਹੇ ਤੁਸੀਂ ਵਿਜ਼ਿਟ ਵੀਜ਼ੇ ਤੇ ਕੁਛ ਵੀ ਹੋ, ਹਸਪਤਾਲ ਪਹੁੰਚ ਗਿਆ, ਹਸਪਤਾਲ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ। ਹਵਾਲਗੀ ਸੰਧੀ ਹੋਵੇ ਉਹਦੇ ਵਿੱਚ ਵੀ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਤੋਂ ਬਿਨਾਂ ਕੇਸ ਚਲਾਏ। ਹੁਣ ਇਹ ਵੈਨਕੂਵਰ ਪੁਲਿਸ ਨੇ ਤਾਂ ਛੱਡਣਾ ਨਹੀਂ। ਇਹ ਫੈਡਰਲ ਜਿਹੜੀ ਸੈਂਟਰ ਸੂਬਾ ਹੋਵੇ, ਸੂਬਾ ਸੈਂਟਰ ਨੂੰ ਕਹੇ, ਸੈਂਟਰ ਇਹਦੇ ਤੇ ਐਕਟ ਕਰੇ ਤਾਂ ਇਹ ਕਿਸੇ ਪਾਸੇ ਗੱਲ ਜਾਣੀ ਹੈ। ਹੁਣ ਇਹ ਉੱਥੇ ਹੀ ਖੜੀ ਹੈ ਲੋਕਲ ਲੈਵਲ ਤੇ ਮੇਰੇ ਖਿਆਲ ਹੈ। ਹਾਂਜੀ, ਮੈਂ ਪਿਛਲੀ ਵਾਰ ਵੀ 11 ਜਨਵਰੀ 2021 ਨੂੰ ਵੀ ਜ਼ਿਕਰ ਕੀਤਾ ਸੀ ਵੀ ਮੈਂ ਉੱਥੇ ਇੰਡੀਆ ਦੇ ਵਿੱਚ ਉਸ ਟਾਈਮ ਦੇ ਦੌਰਾਨ ਮੈਂ ਹਰੇਕ ਮਹੀਨੇ ਕਿਸੇ ਨਾ ਕਿਸੇ ਨੂੰ ਕੋਈ ਚਿੱਠੀ ਕੱਢਦਾ ਰਿਹਾ, ਚਾਹੇ ਉੱਥੇ ਦੇ ਪ੍ਰਧਾਨ ਮੰਤਰੀ ਸਾਹਿਬ ਹੋਣ, ਚਾਹੇ ਉਹ ਮਨੁੱਖੀ ਅਧਿਕਾਰ ਸਭਾ ਹੋਵੇ, ਚਾਹੇ ਵਿਦੇਸ਼ ਮੰਤਰੀ ਸਾਹਿਬਾਨ ਹੋਣ। ਤੇ ਮੈਨੂੰ ਹਾਲੇ ਤੱਕ ਕਿਸੇ ਪਾਸੋਂ ਕੋਈ ਜਵਾਬ ਨਹੀਂ ਆਇਆ। ਤੇ ਵਕੀਲ ਕੋਈ ਰੰਧਾਵਾ ਸਾਹਿਬ, ਕੋਈ ਵਕੀਲ ਗੱਲਬਾਤ ਕਰ ਰਿਹਾ? ਕੋਈ ਵਕੀਲ ਜਿਹੜਾ ਹੈ ਸਰਕਾਰੀ ਵਕੀਲ ਤੁਹਾਨੂੰ ਦੱਸ ਰਿਹਾ ਕੁਛ? ਨਹੀਂ, ਹਾਲੇ ਤੱਕ ਇੱਕ ਵਾਰੀ ਮੇਰੀ ਗੱਲ ਹੋਈ ਹੈ ਜੀ। ਅੱਛਾ ਜੀ। ਉਹ ਵੀ ਮੈਂ ਆਪੇ ਨੰਬਰ ਸਰਚ ਕਰਕੇ ਲੋਕਾਂ ਤੋਂ, ਤੁਹਾਡੇ ਵਰਗਿਆਂ ਤੋਂ, ਵੀ ਤੁਸੀਂ ਆਹ ਸਾਈਟ ਤੇ ਜਾ ਕੇ ਗੱਲ ਕਰ ਸਕਦੇ ਹੋ। ਬਸ ਉਹਨਾਂ ਨੇ ਉਸ ਦਿਨ ਮੈਨੂੰ ਗੱਲ ਦੱਸੀ ਹੈ ਜੀ ਵੀ ਹਾਲੇ ਤੱਕ ਅਸੀਂ ਜਿਹਨੂੰ ਆਪਾਂ ਇੰਡੀਆ ਦੇ ਵਿੱਚ ਕਹਿੰਦਾ ਵੀ ਟੂ ਕੋਰਟ ਹੋਇਆ ਹੀ ਨਹੀਂ ਹੈ ਕੇਸ ਵਾਲੇ। ਇੱਕ ਮਿੰਟ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ, ਹੋਲਡ ਕਰਿਓ। ਕੁਛ ਕਾਲਰ ਵੀ ਇਸ ਤੇ ਗੱਲਬਾਤ ਕਰਨੀ ਚਾਹੁੰਦੇ ਨੇ, ਉਹਨਾਂ ਨਾਲ ਵੀ ਮੈਂ ਗੱਲਬਾਤ ਕਰਦਾ। ਸੁੱਚਾ ਸਿੰਘ ਭੱਟੀ ਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਸੁੱਚਾ ਸਿੰਘ ਭੱਟੀ ਜੀ। ਸੈਮ ਜੀ, ਤੁਸੀਂ ਏਅਰ ਤੇ ਹੋ? ਸੈਮ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੌਰੀ ਭੱਟੀ ਸਾਹਿਬ। ਹਾਂਜੀ, ਮੈਂ ਪਹਿਲਾਂ ਤਾਂ ਇਹਨਾਂ ਦੇ ਦੁੱਖ 'ਚ ਸ਼ਾਮਲ ਹੁੰਦਾ। ਜਵਾਨ ਮੁੰਡਾ ਕੋਈ ਵੀ ਹੋਵੇ ਜਾਂ ਕੋਈ ਮੁੰਡਾ ਹੋਵੇ ਜਾਂ ਕੁੜੀ ਹੋਵੇ ਜਾਂ ਕੋਈ ਵੀ ਜਵਾਨ ਔਲਾਦ ਜਦੋਂ ਏਦਾਂ ਜਾਂਦੀ ਆ ਮਾਪਿਆਂ ਦੇ ਮੁੰਡਾ ਲੈ ਕੇ, ਤਾਂ ਉਹ ਬਹੁਤ ਔਖਾ ਹੁੰਦਾ। ਦੂਸਰਾ ਇਹ ਹੈ ਕਿ ਹੁਣ ਆਲਮੋਸਟ 2 ਸਾਲ ਹੋ ਗਏ ਜੀ, ਇਹਦੇ ਵਿੱਚ ਸਾਡੀ ਲੋਕਾਂ ਦੀ ਵੀ ਬਹੁਤ ਅਣਗਹਿਲੀ ਹੈ, ਜਿੱਦਾਂ ਮੀਡੀਆ ਕਹਿ ਲਓ, ਅਸੀਂ ਕਹਿ ਲਓ। ਬਿਲਕੁਲ ਅਣਗਹਿਲੀ। ਤੇ ਹੁਣ ਜਿੰਨੇ ਤੁਹਾਡੇ ਕੋਲ ਪੋਲੀਟੀਸ਼ੀਅਨ ਆਪਣੇ ਆ ਵੀ ਆਉਂਦੇ ਆ, ਜਿਹੜੇ ਵੋਟਾਂ ਮੰਗਣ ਆਉਂਦੇ ਆ ਪਿਛਲੇ 2 ਸਾਲਾਂ ਤੋਂ, ਉਹਨਾਂ ਤੋਂ ਮੇਰੇ ਖਿਆਲ ਨਹੀਂ ਕਿਸੇ ਨੇ ਵੀ ਇਹ ਸਵਾਲ ਪੁੱਛਿਆ ਹੋਊਗਾ ਵੀ ਤੁਸੀਂ ਇਸ ਕੇਸ ਬਾਰੇ ਕੀ ਕਰ ਰਹੇ ਹੋ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਤੇ ਜਦੋਂ ਤੱਕ ਅਸੀਂ ਇਹ ਪ੍ਰੈਸ਼ਰ ਨਹੀਂ ਪਾਉਂਦੇ ਇਹਨਾਂ ਦੇ ਪੋਲੀਟੀਸ਼ੀਅਨਸ ਤੇ, ਉਹਨਾਂ ਨੂੰ ਵੋਟਾਂ ਦਾ ਆਪਣਾ ਡਰ ਨਾ ਹੋਵੇ, ਉਦੋਂ ਤੱਕ ਉਹਨਾਂ ਨੇ ਵੀ ਕੁਛ ਨਹੀਂ ਕਰਨਾ। ਉਦਾਂ ਗੱਲਾਂ ਕਰੀ ਜਾਓਗੇ ਜੀ, ਹਾਂ ਜੀ ਅਸੀਂ ਤੁਹਾਡੇ ਦੁੱਖ 'ਚ ਸ਼ਾਮਲ ਆ, ਪਰ ਕਰੂਗੇ ਕੁਛ ਨਹੀਂ। ਸੋ ਇਸ ਕਰਕੇ ਮੈਂ ਤਾਂ ਇਹੀ ਸੁਜੈਸ਼ਨ ਦੇ ਸਕਦਾ ਵੀ ਸਾਰਿਆਂ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਕੋਈ ਪੋਲੀਟੀਸ਼ੀਅਨ ਆਉਂਦਾ, ਉਹਨਾਂ ਨੂੰ ਇਹੀ ਸਵਾਲ ਪੁੱਛੋ ਵੀ ਭਾਈ 2 ਸਾਲ ਹੋ ਗਏ, ਤੁਸੀਂ ਇਸ ਕੇਸ ਬਾਰੇ ਕੀ ਕੀਤਾ। ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਮਰਜੀਤ ਸਿੰਘ ਸੰਧੂ, ਲਾਈਨ ਨੰਬਰ 2। ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਪਹਿਲੀ ਤਾਂ ਗੱਲ ਹੈ ਜੋ ਭੱਟੀ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਦੁੱਖ ਦੇ ਵਿੱਚ ਅਸੀਂ ਨਾਲ ਸ਼ਰੀਕ ਹੈਗੇ ਹਾਂ ਜੀ। ਬੜਾ ਮਾੜੀ ਗੱਲ ਹੋਈ ਸੀ, ਪਤਾ ਇਸ ਗੱਲ ਦਾ, ਪਰ ਇਹਨਾਂ ਨੇ ਐਕਸੀਡੈਂਟ ਕੋਈ ਵਕੀਲ ਤੇ ਕੀਤਾ ਹੀ ਹੋਣਾ, ਇੱਕ ਤੇ ਇਹ ਗੱਲ। ਦੂਜੀ ਗੱਲ ਇਹ ਹੈਗੀ ਆ ਵੀ ਬੜੀ ਹੈਰਾਨਗੀ ਵਾਲੀ ਗੱਲ ਹੈ। ਚਾਹੀਦਾ ਤੇ ਇਹ ਸੀ ਵੀ ਜੇ ਉਹ ਆਇਰਲੈਂਡ ਦਾ ਵਿਅਕਤੀ ਸੀ, ਜੇ ਉਹਨੂੰ ਸਜ਼ਾ ਹੁੰਦੀ, ਉਹ ਭਾਵੇਂ ਸਾਲ ਹੁੰਦੀ, 6 ਮਹੀਨੇ ਹੁੰਦੀ, ਉਹ ਕੱਟ ਕੇ ਫਿਰ ਉਹਨੂੰ ਰਿਪੋਰਟ ਕੀਤਾ ਜਾਂਦਾ, ਭੇਜਿਆ ਜਾਂਦਾ।
ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਇਦਾਂ ਹੀ ਚੜਾ ਦਿੱਤਾ। ਇਹ ਸਾਨੂੰ ਯਤਨ ਕਰਨੇ ਚਾਹੀਦੇ ਆ। ਸੋ ਇਸ ਬਾਰੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵੀ ਕਮ ਸੋ ਕਮ ਵੀ ਸਾਨੂੰ ਕੋਈ ਜਵਾਬ ਤੇ ਦਿਓ। ਦੂਜੀ ਗੱਲ ਹੈ ਵੀ ਵਕੀਲ ਤੇ ਐਕਸੀਡੈਂਟ ਦੇ ਵਿੱਚ ਆਪਣੇ ਕੋਲ ਹੁੰਦਾ ਹੀ ਆ, ਪਰ ਉਹਨਾਂ ਤੇ ਕੋਈ ਪ੍ਰੈਸ਼ਰ, ਪਰ ਉਹ ਵੀ ਦੱਸਣ ਪਲੀਜ਼ ਵੀ ਇਹਨਾਂ ਨੇ ਕੀਤਾ ਜਾਂ ਨਹੀਂ ਕੀਤਾ। ਥੈਂਕ ਯੂ ਜੀ। ਸਰਕਾਰੀ ਵਕੀਲ ਕਰਨਾ ਹੁੰਦਾ ਜੀ, ਪੀੜਤ ਧਿਰ ਨੂੰ ਸਰਕਾਰੀ ਵਕੀਲ ਮਿਲਦਾ ਹੈ। ਇਹਨਾਂ ਨੇ ਤਾਂ ਹੋਰ ਤਾਂ ਵਕੀਲ ਵਿਚਾਰਿਆਂ ਨੇ ਇੱਥੇ ਬੈਠਿਆਂ ਨੇ ਕੀ ਕਰਨਾ ਸੀ। ਇੱਕ ਜਵਾਕ ਹੈ ਉਹ ਤੁਰ ਗਿਆ, ਇਹ ਉੱਥੇ ਬੈਠੇ ਹੈ, ਕੋਈ ਲੀਗਲ ਸਟੇਟਸ ਹੈ ਨਹੀਂ ਕੋਲ। ਸੋ ਸੈਮ ਜੀ ਲਾਈਨ ਨੰਬਰ 4। ਹਾਂਜੀ ਵੀਰ ਜੀ ਦੇਖੋ, ਪ੍ਰੈਜ਼ੀਡੈਂਟ ਸੈੱਟ ਹੁੰਦੇ ਆ ਗਿਆਲ ਸਾਹਿਬ, ਸਤਿ ਸ੍ਰੀ ਅਕਾਲ। ਜਦੋਂ ਕਿਤੇ ਰੰਗਦਾਰ ਬੰਦੇ ਨੇ ਗਲਤੀ ਕੀਤੀ ਹੋਵੇ, ਜਦੋਂ ਕਿਤੇ ਰੰਗਦਾਰ ਬੰਦਾ ਵਿਕਟਮ ਹੋਵੇ ਤੇ ਉਦੋਂ ਖੁੱਲੀਆਂ ਛੁੱਟੀਆਂ। ਵਾਹ ਸਰਕਾਰ, ਆਪਾਂ ਹਜੇ ਰੀਸੈਂਟਲੀ ਕਹਿੰਦੇ ਸੀ ਨਹੀਂ ਕੈਨੇਡਾ ਜੀ ਆਪਣੇ ਉਹ ਪੁਰਾਣੇ ਸਿਸਟਮ ਤੋਂ ਬਾਹਰ ਹੋ ਗਿਆ। ਜਦੋਂ ਬੱਚਿਆਂ ਦੀ ਕਿਲਿੰਗ ਹੋਈ, ਜਦੋਂ ਨੇਟਿਵਾਂ ਦੀ ਇੰਡੀਅਨਸ ਦੀ ਗੱਲ ਹੋਈ, ਉਦੋਂ ਆਪਾਂ ਸਾਰੇ ਕਹਿੰਦੇ ਵੀ ਨਹੀਂ ਥੋੜਾ ਜਿਹਾ ਡਿਵੈਲਪ ਹੋ ਰਿਹਾ। ਪਰ ਆਹ ਕੇਸ ਤਾਂ ਬਿਲਕੁਲ ਹੀ ਮਾੜਾ ਕੇਸ ਆ। ਸੁਣ ਕੇ ਬੜਾ ਦਿਲ ਨੂੰ ਹਰਟ ਹੋਇਆ ਵੀ ਉਹ ਬੰਦੇ ਨੂੰ ਬਾਹਰ ਭੇਜ ਦਿੱਤਾ ਗਿਆ। ਕਿੱਥੇ ਪੁਲਿਸ, ਵੈਨਕੂਵਰ ਪੁਲਿਸ। ਮੈਂ ਤਾਂ ਸ਼ੇਮ ਕਹੂੰਗਾ, ਬੇਸ਼ੱਕ ਗੁੱਸਾ ਕਰੋ ਜੋ ਮਰਜ਼ੀ ਹੋਵੇ, ਇਟਸ ਰੋਂਗ। ਏਦਾਂ ਦੇ ਇੱਕ ਮੁਲਕ ਹੋਣ ਔਰ ਅਸੀਂ ਆਪਣੇ ਆਪ ਨੂੰ ਬਹੁਤ ਐਡਵਾਂਸ ਕਹਿੰਦੇ, ਚਾਈਨਾ ਨੂੰ ਗਾਲਾਂ ਕੱਢਦੇ ਆ। ਇੱਕ ਕਿਲਿੰਗ ਹੋਈ ਆ, ਬੰਦਾ ਨਿਕਲ ਕੇ ਗਿਆ, ਉਹ ਸ਼ਰਾਬ ਪੀਤੀ ਦੇ ਬੰਦੇ ਨੇ ਉਹ ਹਿੱਟ ਕੀਤਾ ਆ। 100% ਇਹ ਕਿਲਿੰਗ ਦਾ ਕੇਸ ਮੰਨ ਲਾ, ਇਹ ਮਰਡਰ ਕੇਸ। ਉਹ ਉਸ ਬੰਦਾ ਉਹ ਗਿਆ ਕਿਵੇਂ? ਇਹ ਗੱਲ ਚੱਕਣੀ ਚਾਹੀਦੀ ਹੈ। ਸਭ ਰੋਂਗ। ਜਦੋਂ ਸਾਡਾ ਬੰਦਾ ਕੋਈ ਗਲਤੀ ਕਰਦਾ, ਉਹ ਪ੍ਰੈਜ਼ੀਡੈਂਟ ਸੈੱਟ ਹੁੰਦੇ, ਉਦੋਂ ਵੱਡੀਆਂ ਸਜ਼ਾਵਾਂ ਹੁੰਦੀਆਂ। ਅਸੀਂ ਚੁੱਪ ਕਰਕੇ ਦੇਖ ਲੈਂਦੇ, ਚਲੋ ਵੀ ਗਲਤੀ ਹੋ ਗਈ ਹੈ। ਗਲਤੀ ਜੋ ਦੂਜੀ ਪਾਸੇ ਹੋਇਆ ਜਹਾਂ ਵਤੀਰਾ ਮਿਲਦਾ ਵੀ ਸਾਨੂੰ ਬੋਲਣਾ ਤਾਂ ਚਾਹੀਦਾ। ਇਹੀ ਕਹਿਣਾ ਸੀਗਾ। ਧੰਨਵਾਦ ਜੀ। ਖੋਸੇ ਤੇ ਭਾਲੜੂ ਦਾ ਕੇਸ ਤੁਹਾਡੇ ਕੋਲ ਹੈ ਜੀ, ਵੈਨਕੂਵਰ ਪੁਲਿਸ ਨੇ ਮੁੰਡੇ ਦੋਨੇ ਡਿਪੋਰਟ ਕੀਤੇ ਆ, ਪਰ ਉਹ ਬਹੁਤ ਲੰਮਾ ਕੇਸ ਉਸ ਪਰਿਵਾਰ ਨੇ ਲੜਿਆ। ਉਹਦੀ ਭੈਣ ਨੇ ਜਿਹੜੀ ਲੇਡੀ ਦੀ ਡੈਥ ਹੋਈ ਸੀ, ਔਰ ਉਹਨੇ ਦੱਸਿਆ ਵੀ ਕਿਵੇਂ ਉਹਨੂੰ ਅਦਾਲਤਾਂ ਨੇ ਖਲਜਗਣ 'ਚ ਪਾਇਆ, ਪਰ ਉਹ ਇੰਨਾ ਕਰੜਾ ਹੋ ਕੇ ਉਹਨੇ ਲੜਿਆ। ਉਹ ਕਹਿੰਦੀ ਮੇਰੀ ਉਸ ਲੇਡੀ ਨੂੰ ਮੈਂ ਨਿੱਜੀ ਤੌਰ 'ਤੇ, ਨੀਨਾ ਰਿਵਟ ਹੈ ਜਿਹੜੀ, ਉਹਨੂੰ ਮੈਂ ਜਾਣਦਾ, ਸਿਸਟਰ ਉਹਦੀ ਜਿਹੜੀ ਲੇਡੀ ਦੀ ਡੈਥ ਹੋਈ, ਉਹ ਕਹਿੰਦੀ ਮੈਂ ਕੁਛ ਨਹੀਂ ਸੀ ਕਰਨਾ, ਪਰ ਮੈਂ ਮਹਿਸੂਸ ਕੀਤਾ ਵੀ ਦੋਨੇ ਉਹ ਦੁੱਖ ਨਹੀਂ ਮਹਿਸੂਸ ਕਰ ਰਹੇ ਮੇਰੀ ਭੈਣ ਦੇ ਮਰਨ ਦਾ। ਮਰੇ ਕੋਈ ਵੀ, ਭੂਰਾ ਮਰੇ, ਕੋਈ ਚਿੱਟੇ ਰੰਗ ਦਾ ਮਰੇ, ਪਰ ਘੱਟੋ ਘੱਟ ਇਨਸਾਫ ਤਾਂ ਮਿਲੇ। 2 ਵਰ੍ਹੇ ਹੋ ਗਏ, ਜਿਹੜੀ ਸੁੱਚਾ ਸਿੰਘ ਭੱਟੀ ਉਹਨਾਂ ਨੇ ਗੱਲ ਕੀਤੀ, ਮੈਂ ਉਸ ਚੀਜ਼ ਦੀ ਆਪ ਮੈਂ ਜ਼ਿੰਮੇਵਾਰੀ ਲੈਣਾ ਵੀ ਬਿਲਕੁਲ 2 ਸਾਲ ਹੋ ਗਏ ਅਸੀਂ ਇਸ ਗੱਲ ਦਾ ਉੱਤਾ ਨਹੀਂ ਚੱਕ ਸਕੇ। ਅਤੇ ਔਨ ਏਅਰ ਮੈਂ ਵਾਅਦਾ ਕਰਦਾ ਤੁਹਾਨੂੰ ਸੁਣਨ ਵਾਲਿਆਂ ਨੂੰ ਕਿ ਇਸ ਦੀ ਹੁਣ ਇਸ ਚੀਜ਼ ਦੀ ਪੈਰਵਾਈ ਹੋਊਗੀ, ਇਸ 'ਤੇ ਕੰਮ ਹੋਊਗਾ, ਇਹਦੇ 'ਤੇ ਕੋਈ ਇਹਨੂੰ ਇਸ਼ੂ ਅਤੇ ਇਹਦੇ 'ਤੇ ਮਿਹਨਤ ਹੋਏਗੀ। ਕਾਰਨ ਇਹ ਆ, ਤੇਜ਼ ਜ਼ਿੰਦਗੀ ਇੰਨੀ ਹੈ। ਜਦ ਤੁਸੀਂ, ਜੇ ਤਾਂ ਤੁਹਾਨੂੰ ਕੋਈ ਚੀਜ਼ ਯਾਦ ਰਹਿ ਜਾਵੇ, ਤੁਸੀਂ ਤੁਰਦੇ ਰਹਿੰਦੇ ਹੋ। ਜਦ ਕਿਤੇ ਚੀਜ਼ ਤੁਸੀਂ ਕੋਈ ਭੁੱਲ ਗਏ ਤਾਂ ਸਮਾਂ ਇੰਨਾ ਤੇਜ਼ ਹੈ, ਤੁਹਾਡੇ ਦਿਮਾਗ ਦੇ ਵਿੱਚੋਂ ਵਿਸਰ ਜਾਂਦੀਆਂ, ਕੋਈ ਹੋਰ ਚੀਜ਼ਾਂ ਆ ਜਾਂਦੀਆਂ ਨੇ। ਔਲਖ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 2। ਹੈਲੋ ਜੀ, ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੇਖੋ ਜੀ, ਇਹ ਜਿਹੜੀ ਤੁਸੀਂ ਖਬਰ ਦੇ ਰਹੇ ਜੇ ਨਾ ਜੀ, ਇਹ ਬੜੀ ਦਿਲ ਨੂੰ ਟੁੰਬਣ ਵਾਲੀ ਗੱਲ ਆ, ਪਰ ਇਹਦੇ ਵਿੱਚ ਹੁਣ ਮੇਰੇ ਵਰਗਾ ਮਾਤਰ ਬੰਦਾ ਕੀ ਕਰ ਸਕਦਾ ਵਾ? ਜਿਹੜੇ ਆਪਣੇ 17 ਬੰਦੇ ਉੱਥੇ MP ਬੈਠੇ, ਆਪਾਂ ਬੜੀ ਫਖਰ ਨਾਲ ਕਹਿੰਦੇ ਆ, ਇੱਥੇ ਵਜ਼ੀਰੀਆਂ ਆਪਣੀਆਂ ਹੰਢਾ ਰਹੇ ਨੇ, ਇੱਥੇ ਵੀ ਆਪਣੇ BC ਗੌਰਮੈਂਟ ਦੇ ਵਿੱਚ ਵੀ ਉਹਨਾਂ ਕੋਲ ਫੁੱਲ ਤਾਕਤ ਆ, ਉਹ ਚੁੱਕਣੇ ਕੇਸ। ਮੇਰੇ ਵਰਗਾ ਕੀ ਕਰ ਸਕਦਾ? ਪਰ ਤੁਸੀਂ ਵਧਾਈ ਦੇ ਪਾਤਰ ਨੇ ਜਿਹੜੇ ਇਹ ਕੇਸ ਨੂੰ ਸਾਹਮਣੇ ਲਿਆਂਦਾ ਜਨਤਾ ਦੇ, ਪਰ ਫਰਜ਼ ਤੇ ਉਹਨਾਂ ਦਾ ਬਣਦਾ ਨਾ ਜਿਹੜੇ ਚੁਣੇ ਹੋਏ ਬੰਦੇ ਅਸੀਂ ਗੜੇ ਆ ਖੜੇ ਉੱਥੇ, ਤੇ ਬਸ ਚਾਈਨਾ ਨੂੰ ਤੇ ਹੋਰਨਾਂ ਕੰਟਰੀਆਂ ਨੂੰ ਇਹੋ ਜਿਹੇ ਥਾਂ ਤੇ ਬਹੁਤ ਜ਼ਿਆਦਾ ਉਹ ਟੂਰੋ ਸਾਹਿਬ ਨਾਲ ਲੜ ਕੇ ਤੇ ਉਹਨਾਂ ਦਾ ਬਹੁਤ ਦਿੰਦੇ ਆ, ਤੇ ਆਪਣੇ ਘਰ ਦੇ ਵਿੱਚ ਹੀ ਉਹ ਵਰਸ ਗੱਲ ਚਾਈਨਾ ਨੂੰ ਵੀ ਹੋ ਰਹੀ ਹੈ। ਤੇ ਇਹਦਾ ਇਲਾਜ ਕੌਣ ਕਰੂਗਾ? ਸਾਡੇ ਵਰਗਾ ਮੈਂ ਤੇ ਨਹੀਂ ਕਰ ਸਕਦਾ ਜੀ, ਸੱਚੀ ਗੱਲ ਆ। ਠੀਕ ਆ ਤੁਹਾਡੀ ਗੱਲ, ਨਾ ਮੇਰੀ ਸੁਣਨੀ ਕਿਸੇ ਦੀ। ਬਿਲਕੁਲ ਠੀਕ ਜੀ। ਹਾਂਜੀ, ਥੈਂਕ ਯੂ। ਸਾਹਿਬ ਬਹਾਦਰ ਸਿੰਘ ਜੀ, ਜਿਹੜਾ ਸਰਕਾਰੀ ਵਕੀਲ ਹੈ, ਉਹ ਸਰਕਾਰੀ ਵਕੀਲ, ਕਿਉਂਕਿ ਪੀੜਤ ਧਿਰ ਨੂੰ ਸਰਕਾਰ ਵਕੀਲ ਦਿੰਦੀ ਹੈ, ਉਹਨੇ ਜਿਹੜਾ ਤੁਸੀਂ ਕਿਹਾ ਇੱਕ ਵਾਰ ਹੀ ਗੱਲ ਹੋਈ ਹੈ, ਇਹਦਾ ਮਤਲਬ ਉਹ ਵੀ ਗੁਣਾ ਨਹੀਂ ਪਾ ਰਿਹਾ ਜੀ ਕੋਈ? ਨਹੀਂ ਗਿੱਲ ਸਾਹਿਬ, ਇੱਕ ਵਾਰੀ ਇਹ ਮੇਰੀ ਗੱਲ ਹੋਈ ਹੈ, ਉਹਨਾਂ ਨੇ ਬਸ ਇੰਨਾ ਹੀ ਦੱਸਿਆ ਵੀ ਹਾਲੇ ਤੁਹਾਡਾ ਕੇਸ ਟੂ ਕੋਰਟ ਨਹੀਂ ਹੋਇਆ।
ਬਿਲਕੁਲ। ਮੈਂ ਤਾਂ ਵਾਰ-ਵਾਰ ਹਰੇਕ ਬੰਦੇ ਨਾਲ ਜਿਹਦੇ ਨਾਲ ਵੀ ਗੱਲ ਕਰਦਾ ਮੈਂ ਉਹਨੂੰ ਇੱਕੇ ਬੇਨਤੀ ਕਰਦਾ ਵੀ ਜਾਂ ਤਾਂ ਇਸ ਵਿਸ਼ੇ ਦੇ ਉੱਤੇ ਤੁਸੀਂ ਕੋਈ ਇੰਟਰਨੈਸ਼ਨਲ ਬਹਿਸ ਕਰਾ ਲਓ। ਮੈਨੂੰ ਕਿਸੇ ਵਕੀਲ ਦੀ ਲੋੜ ਨਹੀਂ, ਤੁਹਾਡੇ ਵਰਗੇ ਮਿੱਤਰਾਂ ਦੀ ਲੋੜ ਹੈ। ਆਪਾਂ ਇਹਨੂੰ ਪਬਲਿਕ ਡਿਬੇਟ 'ਚ ਰੱਖ ਲੈਂਦੇ ਹਾਂ। ਜੇ ਪਬਲਿਕ ਕਹਿੰਦੀ ਹੈ ਵੀ ਹਾਂਜੀ ਏਦਾਂ ਵਾਪਰ ਗਿਆ ਤੇ ਬੰਦੇ ਨੂੰ ਆਪਾਂ ਛੱਡ ਸਕਦੇ ਹਾਂ, ਤਾਂ ਆਪਣਾ ਬੋਰੀਆ ਬਿਸਤਰਾ ਲੈ ਕੇ ਪੰਜਾਬ ਚਲੇ ਜਾਓ। ਹੁਣ ਮੈਨੂੰ 3 ਮਹੀਨੇ ਹੋ ਗਏ ਇੱਥੇ, ਮੇਰਾ ਕੋਈ ਹੈ ਨਹੀਂ। ਚਲੋ ਸੱਜਣ ਮਿੱਤਰ ਨੇ ਤੁਹਾਡੇ ਵਰਗੇ, ਬੇਟਾ ਸੀ ਉਹ ਚਲਾ ਗਿਆ ਜੀ, ਤੇ ਮੈਂ ਕਿਤੇ ਕੋਈ 15 ਦਿਨਾਂ ਬਾਅਦ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਕਦੇ 10 ਦਿਨਾਂ ਬਾਅਦ ਦੀ ਗੱਲ ਕਰਦਾ। ਤੇ ਮੈਨੂੰ ਕਿਤੋਂ ਇਹ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਇੱਥੇ ਚਿੱਠੀ ਪੱਤਰ ਕਰੋ ਤੇ ਸਰਕਾਰ ਤੁਹਾਡੀ ਇੱਥੇ ਸੁਣੂ। ਬਿਲਕੁਲ ਜੀ। ਪੱਟੀ ਸਾਹਿਬ ਫੇਰ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਸੌਰੀ ਮੇਰਾ ਫੋਨ ਕੱਟ ਗਿਆ ਸੀਗਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ, ਤੁਹਾਨੂੰ ਯਾਦ ਹੋਣਾ ਕਿ ਇੱਕ ਆਇਰਿਨ ਕੁੜੀ ਦੀ ਕੋਈ ਸਿਸਟਰ ਜਾਂ ਮਾਂ ਕੁਝ ਏਦਾਂ ਮੇਨ ਸਟਰੀਟ ਤੇ ਕਹਿੰਦੀ ਖੋਸਾ ਤੇ ਭਾਲੜੂ ਕੇਸ, ਖੋਸਾ ਤੇ ਭਾਲੜੂ ਹੀ ਦੱਸ ਰਿਹਾ ਜੀ। ਉਹਦਾ ਤੁਸੀਂ ਦੇਖੋਗੇ ਇੰਗਲਿਸ਼ ਮੀਡੀਆ ਜਿੰਨਾ ਵੀ ਸੀਗਾ, ਉਹਨਾਂ ਨੇ 2-3 ਸਾਲ ਤੱਕ ਜਾਤੇ ਡਿਪੋਰਟ ਹੋ ਕੇ 에ਅਰਪੋਰਟ ਤੱਕ ਉਹਨਾਂ ਦਾ ਪਿੱਛਾ ਕੀਤਾ ਸੀਗਾ। ਹਰੇਕ ਸਾਲ ਜਿਹਦਾ ਮੇਰੇ ਖਿਆਲ 10-15 ਵਾਰੀ ਦਾ ਖਬਰ ਉਹ ਦਿੰਦੇ ਸੀ ਮੀਡੀਆ 'ਚ, ਕੈਮਰੇ ਲੈ ਕੇ ਸਾਲ ਬਾਅਦ ਖੜਦੇ ਸੀ ਉੱਥੇ ਜਾ ਕੇ। ਬਿਲਕੁਲ ਠੀਕ, ਪੇਪਰਾਂ 'ਚ ਤੇ ਉਹ ਸਾਰਾ ਕੁਝ। ਤੇ ਉਹ ਮੈਂ ਹੁਣ ਉਹਨਾਂ ਨੂੰ ਪੁੱਛਣਾ ਮੰਗਦਾ ਵੀ ਉਹ ਆਇਰਿਨ ਜੋ ਵੀ ਸੀ ਲੇਡੀ, ਉਹਨੂੰ ਆਪਣੇ ਦੂਜੇ ਚੱਕਰੇ ਸੀਮਤ ਸੀ। ਹੁਣ ਇਹਨਾਂ ਬਾਰੇ ਬਾਕੀ ਕਿਸੇ ਬਾਰੇ ਕਿਉਂ ਨਹੀਂ ਉਹ ਖੜਦੀ? ਇਹਦਾ ਮਤਲਬ ਡਿਸਕ੍ਰਿਮੀਨੇਸ਼ਨ ਤਾਂ ਇੱਥੋਂ ਸਟਾਰਟ ਹੁੰਦਾ। ਇਹਦੇ ਬਾਰੇ ਕੋਈ ਕਿਉਂ ਨਹੀਂ ਬੋਲਦਾ ਇੰਗਲਿਸ਼ ਮੀਡੀਆ? ਜਾਂ ਉਹ ਲੋਕ ਜਿਹੜੇ ਉਦੋਂ ਤਾਕਤੀਆਂ ਲੈ ਕੇ ਖੜਦੇ ਸੀਗੇ ਔਰ ਉਹਨਾਂ ਦਾ ਮੁੰਡਿਆਂ ਦਾ ਉਹਨੇ ਉੱਥੇ 에ਅਰਪੋਰਟ ਤੱਕ ਜਾ ਕੇ ਦੂਸਰਾ ਕੀਤਾ। ਫਿਰ ਇੱਕ ਹੋ ਰਿਹਾ ਜੇ ਨਹੀਂ ਫਲ ਆਵੇ, ਇੱਕ ਤੁਹਾਨੂੰ ਯਾਦ ਹੋਣਾ ਕਿ ਇੱਕ ਕੋਈ ਬੰਦਾ ਇੱਥੇ ਕੋਰਟ 'ਚ ਕਰੇ ਜਾ ਕੇ ਤੇ ਗੋਲੀ ਚਲਾ ਕੇ ਇੰਡੀਆ ਭੱਜ ਗਿਆ ਸੀਗਾ। ਇਹਦੀ 20 ਸਾਲ ਬਾਅਦ ਉਹਨੂੰ ਖੇਤਾਂ 'ਚੋਂ ਹਲ ਚਲਾਉਣ ਨੂੰ ਫੜ ਕੇ ਲੈ ਆਏ ਸੀਗੇ। ਉਹਨੂੰ ਉੱਥੇ ਲਿਆ ਸਕਦੇ, ਇਹਨੂੰ ਨਹੀਂ ਲਿਆ ਸਕਦੇ ਇਹ। ਬਿਲਕੁਲ ਠੀਕ ਹੈ। ਹਾਂਜੀ, ਬਸ ਇੰਨਾ ਹੀ ਕਹਿਣਾ ਸੀ। ਧੰਨਵਾਦ ਜੀ। ਬਿਲਕੁਲ ਜੀ, ਉਹ ਟੋਰਾਂਟੋ ਦੀ ਖਬਰ ਹੈ, ਉਹਨਾਂ ਨਾਲ ਵੀ ਮੈਂ ਗੱਲਬਾਤ ਮੇਰੀ ਹੁੰਦੀ ਰਹਿੰਦੀ ਹੈ ਅਸਰਾਰ ਸਾਹਿਬ ਨਾਲ, ਜਿਨ੍ਹਾਂ ਨੂੰ ਵਾਪਸ ਲੈ ਕੇ ਆਏ ਨੇ। ਉਹ ਸ਼ਿਕਾਰ ਨੇ, ਉਹ ਕਹਿੰਦੇ ਮੈਂ ਦੱਸੂਗਾ, ਜਾਣ ਵੇਲੇ ਬਾਇਓਗ੍ਰਾਫੀ ਲਿਖ ਕੇ ਜਾਊਂਗਾ ਕਿ ਮੇਰੇ ਨਾਲ ਕੀ ਹੋਇਆ। ਐਨੀਵੇਜ਼, ਪਰ ਇਹਦੇ ਵਿੱਚ ਹੁਣ ਕਲੈਕਟਿਵਲੀ ਭਾਈਚਾਰੇ ਵੱਲੋਂ, ਮੀਡੀਆ ਵੱਲੋਂ, ਮੈਂ ਰੰਧਾਵਾ ਸਾਹਿਬ ਦੇ ਇਸ ਦੁੱਖ ਦੀ ਗੱਲ ਕਰਦਾ, ਚੱਕਣ ਅਸੀਂ ਵੀ ਨਹੀਂ ਚੱਕਿਆ ਇੱਥੇ ਬੈਠਿਆਂ ਨੇ। ਮੈਂ ਜਿਹੜੀ ਆਇਰੀਨ ਦੀ ਸਿਸਟਰ ਹੈ ਨੀਨਾ ਰਿਵਟ, ਉਹ ਮੇਰੇ ਕੰਟੈਕਟ ਦੇ ਵਿੱਚ ਆ, ਮੈਂ ਉਸ ਨਾਲ ਵੀ ਗੱਲ ਕਰਾਂਗਾ। ਉਹਨੇ ਮੈਨੂੰ ਇੱਕ ਵਾਰ ਦੱਸਿਆ ਸੀ, ਅਸੀਂ 2 ਘੰਟੇ ਮਿਲੇ। ਉਹ ਕਹਿੰਦੀ ਮੈਂ ਤੁਸੀਂ ਕਹਿੰਦੀ ਜੇ ਕਹੋ ਬਈ ਮੈਨੂੰ ਵਾਈਟ ਅਤੇ ਬਰਾਊਨ ਵਾਲੀ, ਕਹਿੰਦੀ ਇਹ ਜੀ ਗੱਲ ਨਹੀਂ ਹੈ ਨਾ। ਕਹਿੰਦੀ ਮੈਨੂੰ ਇੱਥੇ ਦਾ ਜਿਹੜਾ ਸਿਸਟਮ ਮੈਨੂੰ ਇਨਸਾਫ ਦੇ ਰਿਹਾ ਸੀ, ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਮੈਂ ਕਿਵੇਂ ਲੜੀ ਹਾਂ, ਕਿਵੇਂ ਮੈਂ ਪ੍ਰੈਸੀਡੈਂਟ ਕੱਢ ਕੇ ਪੁਰਾਣੇ ਵਰਡਿਕਟ ਕੱਢ ਕੇ ਸਰਕਾਰੀ ਵਕੀਲ ਨੂੰ ਦਿੱਤੇ। ਅਤੇ ਉਹ ਕਹਿੰਦੀ ਮੈਨੂੰ ਬਹੁਤ ਦੁੱਖ ਹੈ ਜਿਹੜਾ ਉਹਨੇ ਨਿੱਜੀ ਤੌਰ 'ਤੇ, ਮੈਂ ਉਹਨੂੰ ਕਿਹਾ ਬਈ, ਉਹ ਕਹਿੰਦੀ ਮੈਂ ਇਸ ਨੂੰ ਇਸ ਤਰ੍ਹਾਂ ਫੋਲੋ ਨਹੀਂ ਸੀ ਕਰਨਾ ਨਿੱਜੀ ਤੌਰ 'ਤੇ, ਪਰ ਇਨੀਸ਼ੀਅਲ ਜਿਹੜੀਆਂ ਕੋਰਟ ਦੀਆਂ ਡੇਟਸ ਸੀ ਉਹਦੇ ਵਿੱਚ ਉਹ ਮੁੰਡਿਆਂ ਨੇ ਮੇਰੇ ਨਾਲ ਮਤਲਬ ਜਿਵੇਂ ਟਿਪੀਕਲੀ ਉਹ ਪੰਜਾਬੀ 'ਚ ਕਹਿੰਦੇ ਵੀ ਕੀ ਕਰ ਲਿਆ ਤੂੰ, ਕੀ ਕਰ ਲਏਂਗੀ, ਕਹਿੰਦੀ ਇਸ ਤਰ੍ਹਾਂ ਦਾ ਮੈਨੂੰ ਮਹਿਸੂਸ ਕਰਾਇਆ। ਸੋ ਇਹ ਜਿਹੜੀ ਇਹਨੂੰ ਹੁਣ ਪਲੀਜ਼ ਸੁਣਨ ਵਾਲੇ ਜਿੰਨੇ ਨੇ, ਬਹੁਤ ਸੁਣਦੇ ਨੇ, ਜਿਹੜੇ ਨੇ ਵਕੀਲ ਸੁਣਦੇ ਨੇ, ਕਮਿਊਨਿਟੀ ਦੇ ਮੋਹਤਵਾਰ ਸੁਣਦੇ ਨੇ, ਰਾਜਨੀਤਿਕ ਸੁਣਦੇ ਨੇ। ਨਹੀਂ ਰਾਜਨੀਤਿਕ ਜੇ ਖੁਦ ਨਹੀਂ ਸੁਣਦੇ, ਉਹਨਾਂ ਦੇ ਚੇਲੇ ਬਾਲ ਕੇ ਸੁਣਦੇ ਨੇ। ਉਹਨਾਂ ਨੂੰ ਦੱਸ ਦੇਣਾ ਉਹਨਾਂ ਨੇ ਅੱਧੇ ਘੰਟੇ ਤੱਕ ਵੀ ਆਹ ਗੱਲ ਚੱਲਦੀ ਹੈ, ਫੋਨ ਕਰਕੇ, ਨਾਲੇ ਅੱਧੀ ਉਹ ਗੱਲ ਦੱਸਦੇ ਹੁੰਦੇ ਨੇ ਫੋਨ ਕਰਕੇ। ਉਹ ਤੁਹਾਨੂੰ ਨਹੀਂ ਪਤਾ ਆਹ ਗੱਲ ਹੋ ਗਿਆ ਤੇਰੇ 'ਤੇ ਤਵਾ, ਫਿਰ ਤਵਾ ਹੀ ਕਹਿੰਦੇ ਨੇ, ਗੱਲ ਅੱਧੀ ਉਹ ਦੱਸਦੇ। ਗੱਲ ਜਿਹੜੀ ਠੀਕ ਹੈ ਔਲਖ ਸਾਹਿਬ ਦੀ ਵੀ 12-15 ਗਿਣਤੀ ਤਾਂ ਸਾਡੀ ਹੈ ਬਈ, ਇੰਨੇ MP ਨੇ, ਇੰਨੇ MLA ਨੇ, ਪਰ ਇਹ ਤਾਂ ਹੁਣ ਕਲੈਕਟਿਵਲੀ ਸੂਬਾ, ਸ਼ਹਿਰ, ਸੂਬਾ ਅਤੇ ਸੈਂਟਰ
ਸੂਬਾ ਸਰਕਾਰ ਜੇ ਇਹਨੂੰ ਨਿੱਜੀ ਤੌਰ ਤੇ ਲਵੇ ਵੀ ਭਾਈ ਉਹ ਬੰਦਾ ਲਿਆਓ, ਚਾਹੇ ਉਹਨੂੰ 10 ਸਾਲ 10 ਦਿਨਾਂ ਦੀ ਸਜ਼ਾ ਹੋਵੇ, ਤੇ ਉਹ ਗਿਆ ਕਿਵੇਂ ਇੱਥੋਂ, ਉਹਨੂੰ ਕਿਵੇਂ ਭੇਜਦਾ। ਹਵਾਲਾ ਸੰਧੀ ਜਿਹੜੀ ਹੈਗੀ ਜਿਹੜੀ ਐਕਸਟ੍ਰਾਡੀਸ਼ਨ ਦੀ ਗੱਲ ਹੈ, ਦੇਸ਼ਾਂ ਦੀਆਂ ਸੰਧੀਆਂ ਹੋਣ, ਪਰ ਜਿਹੜਾ ਜਵਾਕ ਇਸ ਦੁਨੀਆ ਤੋਂ ਚਲੇ ਗਿਆ ਉਹਨੂੰ ਕੋਈ ਇਨਸਾਫ ਨਹੀਂ। ਆ ਹੁਣ ਕਬਰਾਂ ਜਿਹੜੀਆਂ ਜਵਾਕਾਂ ਦੀਆਂ ਮੂਲ ਵਾਸੀਆਂ ਦੀਆਂ ਲੱਭੀਆਂ, ਉੱਥੇ ਜਾ ਕੇ ਹੰਝੂ ਸਿੱਟਦੇ ਹੋ ਤੁਸੀਂ। ਰੀਕਨਸੀਲੀਏਸ਼ਨ ਜੀ ਟਰੁੱਥ ਤੇ ਮੇਲ ਮਿਲਾਪ ਦਾ ਇੱਕ ਮਿਸ਼ਨ ਆ, ਤੁਹਾਡੇ ਸਾਹਮਣੇ ਬੰਦਾ ਲਿਟਰਲੀ ਮਾਰ ਕੇ ਭੱਜ ਗਿਆ, ਪੁਲਿਸ ਤੋਂ ਭੱਜਿਆ, ਪੁਲਿਸ ਫੋਲੋ ਵੀ ਨਹੀਂ ਕਰ ਰਹੀ ਉਹਨੂੰ ਇਸ ਗੱਲ ਤੋਂ ਹੀ ਕਿ ਕਿਤੇ ਮਾਰੂਗਾ ਕਿਤੇ। 125 ਕਿਲੋਮੀਟਰ ਤੇ ਉਹ ਸਾਬਣਦਾਨੀ ਜਿੰਨੀ ਗੱਡੀ ਹੈ, 2 ਬੰਦੇ ਬਹਿੰਦੇ ਆ ਉਹਦੇ 'ਚ, ਆ ਕੇ ਟੀ ਬੋਨ ਕੀਤਾ ਉਹਨੇ ਸਿੱਧਾ ਜਿਹੜਾ ਸਨੇਹਪਾਲ ਨੂੰ। ਰੰਧਾਵਾ ਸਾਹਿਬ, ਅਖੀਰ ਦੇ ਵਿੱਚ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ? ਗਿੱਲ ਸਾਹਿਬ, ਮੇਰੀ ਸਾਰੇ ਸੁਣਨ ਵਾਲੇ ਵੀਰਾਂ ਨੂੰ ਮੇਰੀ ਇੱਕ ਬੇਨਤੀ ਹੈ ਜੀ, ਵੀ ਮੈਂ ਤਾਂ ਇੱਕ ਜ਼ਿੰਦਗੀ ਦੇ ਲਾਸਟ ਮੂਵਮੈਂਟ ਤੇ ਹਾਂ ਜੀ। ਤਕਰੀਬਨ 60 ਸਾਲ ਦੀ ਮੇਰੀ ਉਮਰ ਹੋ ਗਈ। ਮੈਂ ਤਾਂ ਪੰਜਾਬ ਤੋਂ ਕਸਮ ਖਾ ਕੇ ਚੱਲਿਆ ਵੀ ਜਿੰਨਾ ਚਿਰ ਬੇਟੇ ਨੂੰ ਇਨਸਾਫ ਨਹੀਂ ਮਿਲਦਾ ਮੈਂ ਧਰਤੀ ਤੇ ਪੈਰ ਨਹੀਂ ਪਾਉਂਦਾ। ਸਰ ਸਾਹਿਬ, ਤੁਸੀਂ ਕਾਇਮ ਰਹਿਣਾ, ਤੁਹਾਡੇ ਆਲੇ ਦੁਆਲੇ ਆ ਅਸੀਂ, ਤੁਹਾਡੇ ਨਾਲ ਸਨੇਹ ਆ ਸਾਡਾ, ਤੁਹਾਡੇ ਨਾਲ ਪਿਆਰ ਆ, ਤੁਹਾਡਾ ਸਤਿਕਾਰ ਆ ਸਾਡੇ ਦਿਲਾਂ ਦੇ ਵਿੱਚ। ਤੁਸੀਂ ਕਰੜੇ ਰਹਿਣਾ ਹੈ, ਕਮਿਊਨਿਟੀ ਦੀ ਜ਼ਿੰਮੇਵਾਰੀ ਹੈ, ਤੇ ਇਹਦੇ ਤੇ ਪਹਿਰਾ ਦਿਆਂਗੇ ਠੋਕ ਕੇ। ਹੁਣ ਤੇ ਮੁਆਫੀ ਵੀ ਆ ਵੀ ਪਿਛਲੇ 2 ਸਾਲਾਂ ਦੇ ਵਿੱਚ ਇਸ ਚੀਜ਼ ਦਾ ਅਸੀਂ ਚੱਕਣ ਨਹੀਂ ਚੱਕ ਸਕੇ, ਜਾਂ ਕਹਿ ਲਓ ਗੱਲ ਵਿਸਰ ਗਈ, ਕੋਈ ਵੀ ਕਾਰਨ ਕਹਿ ਰਹੇ, ਪਰ ਇਹ ਗੀਦੀਪਣਾ ਸਾਡਾ। ਮੈਂ ਨਿੱਜੀ ਤੌਰ 'ਤੇ ਇਸ ਗੱਲ ਨੂੰ ਮੰਨਦਾ ਹੈ ਕਿ ਸਾਡੀ ਗਲਤੀ ਹੈ। ਹਾਲਾਂਕਿ ਤੁਸੀਂ ਮੇਰੇ ਪਰਿਵਾਰਕ ਸੰਬੰਧਾਂ ਦੇ ਵਿੱਚ ਹੋ, ਗੱਲ ਵਿਸਰ ਗਈ ਕਹਿ ਲਓ ਜਾਂ ਕੁਛ। ਹੁਣ ਪਿਛਲੇ ਦਿਨੀ ਸਰ ਰਵਿੰਦਰ ਸਿੰਘ ਜਦ ਆਏ, ਦੁਬਾਰਾ ਫੇਰ ਗੱਲ ਚੱਲੀ, ਦਿਮਾਗ 'ਚੋਂ ਨਿਕਲ ਗਈ। ਸਰਾਰ ਸਾਹਿਬ, ਮੈਂ ਇਸ ਗੱਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਦੁੱਖ ਦਾ ਇਜ਼ਹਾਰ ਕਰਦਾ। ਨਹੀਂ 2 ਸਾਲ 'ਚ ਆਪਾਂ ਕਿਤੇ ਹੋਰ ਬੈਠੇ ਹੁੰਦੇ, ਪਰ ਤੁਸੀਂ ਕਾਇਮ ਰਹਿਣਾ, ਉਸ ਕਰਤੇ ਦੀ ਅਰਦਾਸ ਉਸ ਨੂੰ ਕਰਨੀ ਕਿ ਸਾਨੂੰ ਇਕੱਠ ਬਖਸ਼ੇ, ਤੇ ਆਪਾਂ ਇਸ ਗੱਲ ਨੂੰ ਸਨੇਹਪਾਲ ਨੂੰ ਕਿਸੇ ਨਾ ਉਸ ਦਾ ਜਿਹੜਾ ਇੱਥੋਂ ਤੁਰ ਜਾਣ ਦਾ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ, ਪਰ ਉਸ ਨੂੰ ਇਨਸਾਫ ਦੀ ਆਪਾਂ ਗੱਲ ਜ਼ਰੂਰ ਕਰਾਂਗੇ। ਆਪਣਾ ਖਿਆਲ ਗੱਲ ਗਿੱਲ ਸਾਹਿਬ ਕੱਲੇ ਸਨੇਹਪਾਲ ਦੀ ਨਹੀਂ ਹੈ ਜੀ, ਇਹ ਮਿਸ਼ਨ ਫਾਰ ਇੱਕ ਜਸਟਿਸ ਹੈ। ਜੀ ਜੀ ਜੀ। ਦੇਖੋ, ਮੇਰੇ ਨਾਲ ਜਾਂ ਤੁਹਾਡੇ ਨਾਲ ਇਹ ਗੱਲ ਵਾਪਰ ਗਈ, ਕੱਲ ਨੂੰ ਏਦਾਂ ਇੱਥੇ ਕੋਈ ਵੀ ਬੰਦਾ ਕੁਝ ਵੀ ਕਰਕੇ ਜਾ ਸਕਦਾ। ਮੈਂ ਕਿਸੇ ਵੀ ਰੰਗ ਭੇਦ 'ਚ ਨਹੀਂ ਪੈਂਦਾ, ਕਿਸੇ ਵੀ ਮੈਂ ਗੱਲ 'ਚ ਨਹੀਂ ਪੈਂਦਾ ਵੀ ਬੱਚਾ ਕਿਸੇ ਦਾ, ਕਿਸੇ ਵੀ ਕੰਟਰੀ ਦਾ, ਕਿਸੇ ਵੀ ਰੰਗ ਦਾ। ਉਹ ਤੇ ਜੇ ਕਿਸੇ ਦੀ ਡਰੱਗੀ ਦੀ ਸਰੇਆਮ ਪਤਾ ਵੀ ਹਾਂ ਉਹ 125 ਹੈ, ਉਦੋਂ ਜਿਹੜੇ ਮੀਡੀਆ ਨੇ ਕਵਰ ਕੀਤਾ 145 CCTV ਚੋਂ ਕੱਢਿਆ ਉਹਨਾਂ ਨੇ ਵੀ 9.5 ਕਿਲੋਮੀਟਰ। ਕੱਲ ਵੀ ਅਸੀਂ ਉਸ ਚੌਕ ਦੇ ਵਿੱਚ ਖੜਿਆ ਜਾ ਕੇ, ਮੇਰੇ ਨਾਲ ਮੇਰੇ ਪਰਮ ਮਿੱਤਰ ਰਵਿੰਦਰ ਸਿੰਘ ਜੀ, ਅਸੀਂ ਪਿਆਰ ਨਾਲ ਕੁੱਕੂ ਜੈਲਦਾਰ ਜੀ ਕਹਿੰਦੇ, ਅਮਰ ਭੌਰੇ ਤੋਂ ਵੀ ਨਾਲੇ ਸੀ ਮੇਰੇ। ਉਹ ਕਹਿੰਦੇ ਵੀ ਇਹੋ ਜਿਹੇ ਕੰਟਰੀ ਦੇ ਵਿੱਚ ਇੰਨੇ ਭੀੜ ਭੜੱਕੇ ਦੇ ਵਿੱਚ 9.5 ਕਿਲੋਮੀਟਰ ਤੇ ਸਪੀਡ ਤੇ ਲਿਆ ਕੇ ਕਿੱਦਾਂ ਬੰਦਾ ਮਾਰ ਸਕਦਾ, ਤੇ ਕਿੱਦਾਂ ਉਹ ਸੈਂਟਰ 'ਚੋਂ ਚੱਕ ਕੇ ਗੱਡੀ 50 ਫੁੱਟ ਤੇ ਮਾਰੀਏ ਬੈਂਕ ਦੇ ਵਿੱਚ। ਕੰਧ ਨਾਲੇ ਛੋਟੀ ਗੱਡੀ ਨੇ ਬੈਂਕ ਦੇ ਵਿੱਚ ਮਾਰੀ, ਰਾਇਲ ਬੈਂਕ ਦੇ ਵਿੱਚ। ਬਿਲਕੁਲ ਠੀਕ। ਮੈਂ ਤਾਂ ਇੱਕ ਪੀਸਫੁਲ ਸਿਟੀਜ਼ਨ ਵਾਸਤੇ ਨਾ ਜੀ ਇਹ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦਾ ਵੀ ਇਸ ਕੰਟਰੀ ਨੇ ਜੇ ਬੰਦੇ ਨੇ ਜੁਰਮ ਕੀਤਾ ਤਾਂ ਆਹ ਸਜ਼ਾ ਦਿੱਤੀ ਹੈ। ਬਿਲਕੁਲ ਠੀਕ ਹੈ ਰੰਧਾਵਾ ਸਾਹਿਬ, ਧੰਨਵਾਦ ਤੁਹਾਡਾ ਸਮੇਂ ਲਈ, ਤੇ ਦੁਬਾਰਾ ਫੇਰ ਦੁੱਖ ਸਾਂਝਿਆ ਕਰਨ ਲਈ ਧੰਨਵਾਦ ਦਾ ਗਿੱਲ ਸਾਹਿਬ ਤੁਹਾਡਾ ਵੀ, ਜਿਨ੍ਹਾਂ ਨੇ ਤੁਸੀਂ 1 ਸਾਲ ਦੇ ਵਿੱਚ 2 ਵਾਰੀ ਮੈਨੂੰ ਮੌਕਾ ਦਿੱਤਾ। ਤੇ ਮੇਰਾ ਦੁੱਖ ਨਹੀਂ ਹੈ, ਇਹ ਸਾਰੀ ਦੁਨੀਆ ਦਾ ਦੁੱਖ ਹੈ ਵੀ ਤੁਸੀਂ ਘੱਟੋ ਘੱਟ ਇੱਕ ਲੋਕਾਂ ਨੂੰ ਅਵੇਅਰ ਕਰ ਰਹੇ ਹੋ। ਸਾਰੇ ਸੰਸਾਰ ਪੱਧਰ ਤੇ ਸਰੋਤੇ ਤੁਹਾਨੂੰ ਸੁਣ ਰਹੇ ਨੇ।
ਮੇਰੇ ਵੱਲੋਂ ਤੁਹਾਡਾ ਤੇ ਨਹੀਂ ਤੁਹਾਡੀ ਜੀ, ਨਹੀਂ। ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਰੰਧਾਵਾ ਸਾਹਿਬ, ਧੰਨਵਾਦ। ਤੇ ਛੇਤੀ ਆਪਾਂ ਮਿਲਦੇ ਹਾਂ ਇੱਕ ਅੱਧੇ ਦਿਨ ਦੇ ਵਿੱਚ ਹੀ, ਤੇ ਆਪਾਂ ਇਸ ਨੂੰ ਅੱਗੇ ਤੋਰਾਂਗੇ। ਹੁਣ ਗੁਰੂ ਕਿਰਪਾ ਰੱਖੇ। ਸਤਿਕਾਰ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰਦਾਰ ਬਹਾਦਰ ਸਿੰਘ ਰੰਧਾਵਾ, ਮੈਂ ਨਿੱਜੀ ਸਰਦਾਰ ਸਾਹਿਬ ਨੂੰ ਜਾਣਦਾ। ਸੇਵਾ ਮੁਕਤੀ ਦਾ ਜੀਵਨ, 2 ਪੁੱਤ, ਇੱਕ ਆਸਟ੍ਰੇਲੀਆ ਤੇ ਇੱਕ ਕੈਨੇਡਾ। ਜ਼ਿੰਦਗੀ ਦੇ ਵਧੀਆ ਦਿਨ ਸ਼ੁਰੂਆਤ ਕਰਨ ਦੀ ਵੀ ਭਾਈ 5-4 ਮਹੀਨੇ ਆਸਟ੍ਰੇਲੀਆ ਦਾ, 2-3 ਮਹੀਨੇ ਉੱਥੇ, 2-3 ਇੱਥੇ, ਬਾਕੀ ਪਿੰਡ ਮੀਮਸੇ। ਇਉਂ ਜ਼ਿੰਦਗੀ ਰਹਿਣੀ ਹੈ। ਪਤਾ ਨਹੀਂ ਕਿੰਨੇ ਪਰਿਵਾਰਾਂ ਨੇ ਜਿੱਥੇ ਜਿੱਥੇ ਸਰਦਾਰ ਬਹਾਦਰ ਸਿੰਘ ਉਹਨਾਂ ਨੇ ਨੌਕਰੀ ਕੀਤੀ, ਜ਼ਿਆਦਾ ਭੁੱਲਰਾਂ ਕੀਤੀ, ਬਿਲਕੁਲ ਜੌੜੇ ਪੁਲਾਂ ਦੇ ਕੋਲ। ਲੋਕ ਸ਼ਾਦੀ ਭਰਦੇ ਆ, ਕਹਿੰਦੇ ਯਾਰ ਇੰਨਾ ਖੁਸ਼ ਦਿਲ ਇਨਸਾਨ ਤੇ ਇੰਨਾ ਚੜ੍ਹਦੀ ਕਲਾ ਵਾਲਾ ਇਨਸਾਨ, ਪਰ ਦੁੱਖ ਝੰਬ ਦਿੰਦੇ ਆ ਯਾਰ। ਗੁਰੂ ਕਿਰਪਾ ਕਰਨ ਤੇ ਅਸੀਂ ਚੜ੍ਹਦੀ ਕਲਾ 'ਚ ਗਏ ਰਹੀਏ। ਆ ਸਾਕੇ ਆਪਾਂ ਹੁਣ ਕੱਢ ਕੇ ਹਟੇ ਹਾਂ। ਦਸਮ ਪਿਤਾ ਨੇ ਆਪਣੇ ਹੱਥੀਂ ਪੁੱਤ 4 ਤੋਰੇ, ਅਸੀਂ ਉਹਦੀ ਨਾਦੀ ਔਲਾਦ ਹਾਂ। ਪਰ ਤੋਰਨ ਤੋਂ ਬਾਅਦ ਜਾਂ ਲੰਮੇ ਜੱਟਪੁਰੇ ਤੀਰ ਦੀ ਨੋਕ ਨਾਲ ਕਾਹੀਂ ਪੱਟੀ, ਬਈ ਜ਼ੁਲਮ ਦੀ ਇੰਤਹਾ ਹੋ ਗਈ। ਹੁਣ ਇਹਦੀ ਜੜ ਪੱਟੀ ਗਈ ਜ਼ੁਲਮ ਦੀ। ਮਲੇਰਕੋਟਲੀਏ ਵਸਣਗੇ। ਤੇ 1704 ਦੀ ਗੱਲ ਹੈ। ਤੇ ਉਸ ਤੋਂ ਬਾਅਦ ਸਾਲ ਦੇਖ ਲਓ, ਬਸ ਕੁਛ ਹੀ ਨੇ। ਫਿਰ 1801 ਦੇ ਵਿੱਚ ਖਾਲਸੇ ਪਰਚਮ ਜਿਹੜੇ ਝੂਲ ਗਏ ਸੀ, ਪਹਿਲਾਂ ਹੀ ਮਿਸਲਾਂ ਦੇ ਸਮੇਂ ਹੀ ਥੇ ਬਣਾਤਾ ਸੀ ਸਰਹੰਦ, ਥੇ। ਸੋ ਇਸ ਤਰ੍ਹਾਂ ਦਾ ਸਾਨੂੰ ਵੀ ਕੁਛ ਕਰਨਾ ਚਾਹੀਦਾ ਕਿ ਅਸੀਂ ਹੱਕ ਸੱਚ ਦੀ ਗੱਲ ਕਰ ਸਕੀਏ। ਸ਼ੇਰੇ ਪੰਜਾਬ ਇਸ ਗੱਲ ਤੇ ਸਦਾ ਆਗੂ ਰਿਹਾ ਹੁਣ ਤੱਕ, ਤੇ ਸਦਾ ਆਗੂ ਰਹੇਗਾ ਜਦ ਤੱਕ ਇਹਨਾਂ ਸੀਟਾਂ ਤੇ ਬੈਠੇ ਆ। ਸਰਦਾਰ ਪ੍ਰਭਜੋਤਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿੱਦਾਂ ਮੈਂ ਗੱਲ ਜਿਹੜੇ ਆਖਰੀ ਜਿਹੜੇ ਲਮਿਆਂ ਚ ਮੈਂ ਸੁਣ ਰਿਹਾ ਸੀ, ਤੇ ਜਿਹਦੇ ਵਿੱਚ ਗੱਲ ਆਉਂਦੀ ਹੈਗੀ ਆ ਬੇਇਨਸਾਫੀ ਦੀ, ਜਿਹੜਾ ਇਨਸਾਫ ਨਹੀਂ ਸਾਨੂੰ ਮਿਲਦਾ। ਜਦੋਂ ਕੋਈ ਗੱਲ ਇਸ ਤਰ੍ਹਾਂ ਹੁੰਦੀ ਹੈ ਤਾਂ ਉਸ ਵੇਲੇ ਠੀਕ ਆ, ਤੁਸੀਂ ਜ਼ਿੰਮੇਵਾਰੀ ਨਿਭਾਉਂਦੇ ਆ, ਇਹ ਤੁਹਾਡਾ ਧੰਨਵਾਦ ਹੈਗਾ ਆ। ਪਰ ਕੀ ਅਸੀਂ ਬੇਇਨਸਾਫੀਆਂ ਜਦੋਂ ਹੁੰਦੀਆਂ ਉਦੋਂ ਬਾਅਦ ਗੱਲਾਂ ਕਰਕੇ ਤੇ ਫਿਰ ਦੂਜਾ ਇਕੱਠ ਕਰਕੇ ਅਸੀਂ ਇਨਸਾਫ ਲੈਣ ਦੀ ਕੋਸ਼ਿਸ਼ ਕਰਨ ਦੀ ਜਿਹੜੀ ਕੋਸ਼ਿਸ਼ 'ਚ ਹੀ ਰਹਿਣਾ, ਜਾਂ ਅਸੀਂ ਇਹਨੂੰ ਬਦਲਣ ਲਈ ਵੀ ਇਹ ਇਸ ਤਰ੍ਹਾਂ ਜਿਹੜਾ ਹੋਣਾ ਹੀ ਨਹੀਂ ਚਾਹੀਦਾ। ਜਦੋਂ ਕੋਈ ਕਿਸੇ ਨਾਲ ਬੇਇਨਸਾਫੀ ਹੁੰਦੀ ਆ ਤੇ ਉਸ ਵੇਲੇ ਫਿਰ ਜਿਹੜਾ ਖੜ ਕੇ ਉਹਦਾ ਇਨਸਾਫ ਜਿਹੜਾ ਆ, ਸਾਡੀਆਂ ਜਿਹੜੀਆਂ ਜ਼ਿੰਮੇਵਾਰ ਜਿਹੜੀਆਂ ਸਰਕਾਰਾਂ ਆ ਜਾਂ ਜਿਹੜੇ ਸਾਡਾ ਸਿਸਟਮ ਹੈਗਾ, ਉਹਨਾਂ ਨੂੰ ਆਪ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਇਸੇ ਕਰਕੇ ਅਸੀਂ ਜਿਹੜੀਆਂ ਸਰਕਾਰਾਂ ਬਣਾਉਂਦੇ ਹਾਂ, ਤੇ ਇਸੇ ਕਰਕੇ ਇਸ ਦੇਸ਼ ਦੀ ਸਿਫਤ ਵੀ ਕਰਦੇ ਹਾਂ। ਇਸ ਦੇਸ਼ ਵਿੱਚ ਬਹੁਤਾਤ ਦੇ ਵਿੱਚ ਆਮ ਲੋਕਾਂ ਨੂੰ ਇਨਸਾਫ ਮਿਲਦਾ। ਪਰ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਅਸੀਂ ਇੱਥੇ ਆ ਤਾਂ ਗਏ ਹੈਗੇ ਆ, ਇਸ ਦੇਸ਼ ਨੂੰ ਅਸੀਂ ਦੇਸ਼ ਤਾਂ ਕਹਿੰਦੇ ਆ, ਇਹਦੇ ਅਸੀਂ ਸਿਟੀਜ਼ਨ ਹੈਗੇ ਆ, ਪਰ ਕੀ ਸਾਡੀਆਂ ਜੜ੍ਹਾਂ ਜਿਹੜੀਆਂ, ਜਿਸ ਦਰਖਤ ਦੀਆਂ ਜੜ੍ਹਾਂ ਨਹੀਂ ਮਜ਼ਬੂਤ, ਨਾ ਉਹਨੂੰ ਫਲ ਲੱਗਦਾ, ਨਾ ਉਹਨੂੰ ਪੱਤੇ ਲੱਗਦੇ। ਮਾੜੀ ਜਿਹੀ ਹਨੇਰੀ ਆਵੇ ਤਾਂ ਵੀ ਉਹ ਡਿੱਗਦਾ, ਪਾਣੀ ਆ ਜਾਵੇ ਤਾਂ ਉਹ ਸੁੱਕ ਜਾਂਦਾ। ਸੋ ਸਾਡੀਆਂ ਜੜ੍ਹਾਂ, ਅਸੀਂ ਜੜ੍ਹਾਂ ਛੱਡ ਲਈਆਂ, ਅਸੀਂ ਜੜ੍ਹਾਂ ਦਾ ਨਾ ਖਿਆਲ ਕੀਤਾ। ਜੜ੍ਹਾਂ ਜੇ ਅਸੀਂ ਨਹੀਂ ਮਜ਼ਬੂਤ ਕਰਦੇ, ਉਦਾਹਰਨਾਂ ਤੁਹਾਨੂੰ ਦਿੰਦਾ, ਤੁਹਾਨੂੰ ਪਤਾ ਹੋਣਾ ਨਿਊਯਾਰਕ ਦੇ ਵਿੱਚ ਕਿਸੇ ਨੇ ਨੈਣੀ ਰੱਖੀ ਸੀ ਤੇ ਉਹਦੇ ਲਈ ਉਸ ਦੇਸ਼ ਦੀ ਸਰਕਾਰ ਆ ਕੇ ਖੜ ਗਈ ਸੀ। ਆਸਟ੍ਰੇਲੀਆ ਦੇ ਵਿੱਚ ਕਿਸੇ ਨੇ ਕਿਸਾਨੀ ਮੋਰਚੇ ਦਾ ਵਿਰੋਧ ਕੀਤਾ ਤੇ ਜਦੋਂ ਉਹਦੇ ਤੇ ਕੇਸ ਚੱਲਿਆ ਉਸ ਦੇਸ਼ ਦੀ ਸਰਕਾਰ ਵੱਲੋਂ, ਦੇਸ਼ ਦੀ ਸਰਕਾਰ ਆ ਕੇ ਉਹਦੇ ਪਿੱਛੇ ਖੜ ਗਈ। ਸੋ ਕੈਨੇਡਾ ਨੇ ਚਾਈਨਾ ਦੇ ਵਿੱਚੋਂ ਆਪਣੇ 2 ਸਿਟੀਜ਼ਨ ਛਡਵਾਉਣ ਲਈ ਇੱਕ ਐਡੀ ਵੱਡੀ ਕੰਪਨੀ ਦੀ CEO ਜਿਹੜੀ ਇੱਥੇ ਸੀਗੀ, ਜਿਹਦੇ ਤੇ ਦੂਜਾ ਕਹਿਣਾ ਬਹੁਤ ਵੱਡੇ ਚਾਰਜਿਸ ਸੀਗੇ ਜਿਹੜਾ ਸਪਾਈਂਗ ਦੇ, ਉਹਨੂੰ ਛਡਾਉਣ ਲਈ ਕੀ ਕੁਛ ਕੀਤਾ। ਤੇ ਸਾਡੇ ਲਈ ਜਦੋਂ ਸਾਡੇ ਤੇ ਕੋਈ ਸਮੱਸਿਆ ਆਉਂਦੀ ਆ, ਕਾਹਤੇ ਨਹੀਂ ਸਾਡੇ ਲਈ ਪਿੱਛੇ ਕੋਈ ਖੜਦਾ। ਅਸੀਂ ਕਦੀ ਵੀ ਆਪਣੀਆਂ ਜੜ੍ਹਾਂ ਦਾ ਖਿਆਲ ਨਹੀਂ ਕੀਤਾ। ਉੱਥੋਂ ਅਸੀਂ ਸਦਾ ਹੀ ਮੁਨਕਰ ਹੋਏ ਹਾਂ। ਅਸੀਂ ਨਿੱਜ ਨਾਲ ਜੁੜ ਕੇ ਜੋ ਵੀ ਕੀਤਾ ਹੈਗਾ, ਕਦੀ ਨਹੀਂ ਅਸੀਂ ਜਿਹੜਾ ਦੁਨੀਆ ਦੇ ਜਿਹੜੇ ਆਪਣੇ ਲਈ ਖੜ ਕੇ ਵੀ ਹਾਂ ਦੁਨੀਆ ਨੂੰ ਇਨਸਾਫ ਮਿਲਣਾ ਚਾਹੀਦਾ, ਅਸੀਂ ਕਦੀ ਨਹੀਂ ਸੋਚਿਆ। ਸਦਾ ਹੀ ਆਪਣੇ ਲਈ ਸੋਚਦੇ ਹਾਂ। ਇਸੇ ਕਰਕੇ ਸਾਡੇ ਜਿੰਨੇ ਵੀ MP ਇੱਥੇ ਹੈਗੇ ਆ,
ਜਦੋਂ ਉਹ ਇਸ ਤਰ੍ਹਾਂ ਬੈਠੇ ਆ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਆ ਵੀ ਇਹ ਭਾਵਾਂ ਦੀ ਅਸੀਂ MP ਹੈਗੇ ਆ, ਪਰ ਇੱਥੇ ਸਾਡੀਆਂ ਜਿਹੜੀਆਂ ਜੜ੍ਹਾਂ ਮਜ਼ਬੂਤ ਨਹੀਂ ਹੈਗੀਆਂ, ਸੋ ਉਹ ਵੀ ਕੁਛ ਨਹੀਂ ਕਰਦੇ। ਸਾਨੂੰ ਖਿਆਲ ਕਰਨਾ ਚਾਹੀਦਾ। ਅੱਜ ਮੌਕਾ ਆ, ਜੇ ਅਸੀਂ ਜੜ੍ਹਾਂ ਨੂੰ ਮਜ਼ਬੂਤ ਕਰਾਂਗੇ, ਜਿਹੜੇ ਕੋਈ ਬੰਦੇ ਹੱਕਾਂ ਲਈ ਖੜਦੇ ਉਹਨਾਂ ਦੇ ਹੁਣ ਖੜਾਂਗੇ। ਜ਼ਰੂਰ ਸਾਨੂੰ ਇਨਸਾਫ ਦਿਵਾਉਣ ਲਈ ਸਾਡੇ ਫਿਰ ਪਿੱਛੇ ਤਾਕਤ ਹੋਊਗੀ, ਸਾਨੂੰ ਇਨਸਾਫ ਮਿਲੂਗਾ, ਨਹੀਂ ਤਾਂ ਇਸੇ ਤਰ੍ਹਾਂ ਹੀ ਅਸੀਂ ਕੁਰਲਾਉਂਦੇ ਰਵਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਰੰਧਾਵਾ ਪਰਿਵਾਰ ਦਾ ਇਹ ਜਿਹੜਾ ਦੁੱਖ ਹੈ, ਇਹਦੇ ਤੇ ਭਾਈਚਾਰਾ ਜਿਹੜਾ ਇੱਥੇ ਹੈ ਉਹਨੂੰ ਕੁਛ ਸੋਚ ਕੇ ਇਹਦੇ ਤੇ ਆਗੂ ਹੋਣਾ ਚਾਹੀਦਾ ਅਤੇ ਇਸ ਦੀ ਸਾਖਰਤਾ ਫੈਲਾਉਣੀ ਚਾਹੀਦੀ ਆਪਾਂ ਨੂੰ ਕਿ ਅਸੀਂ ਇਨਸਾਫ ਦੀ ਗੱਲ ਕਰ ਸਕੀਏ। ਜੇ ਆਪਾਂ ਕਿਸੇ ਨੂੰ ਸੋਚਦੇ ਹਾਂ ਵੀ ਕਿਸੇ ਦਾ ਇਨਸਾਫ ਹੈ, ਜਿੱਦਣ ਆਪਣੀ ਵਾਰੀ ਆਉਣੀ ਹੈ, ਜਿੱਦਣ ਸ਼ੇਰ ਆਉਣਾ, ਫਿਰ ਪਿੰਡ ਵਾਲਿਆਂ ਨੇ ਨਹੀਂ ਆਉਣਾ। ਇਸ ਤਰ੍ਹਾਂ ਸੋਚਣਾ ਚਾਹੀਦਾ। ਕੱਲ੍ਹ ਨੂੰ ਮੁੜਦਾ ਜੀ, ਫਿਰ ਰੱਬ ਰਾਖਾ।